ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆਰੇ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਕਿਰਪਾ ਦੇ ਖਜ਼ਾਨੇ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਕਰੁਣਾ ਨਿਧਾਨ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਭ ਸੰਗਤਾਂ ਵਡਭਾਗੇ ਹੋ, ਜਿਨ੍ਹਾਂ ਨੂੰ ਸੰਗਰਾਂਦ ਦੇ ਦਿਹਾੜੇ, ਜੇਠ ਦੀ ਸੰਗਰਾਂਦ ਦੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਇਹ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਮਾਨਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਭਲੀ ਪ੍ਰਕਾਰ ਜਾਣੂ ਹੋ, ਅੱਜ ਖਾਲਸਾ ਜੀ ਜੇਠ ਦੀ ਸੰਗਰਾਂਦ ਦਾ ਜਿਹੜਾ ਸ਼ੁਭ ਦਿਹਾੜਾ ਹੈ, ਭਲੀ ਪ੍ਰਕਾਰ ਕ੍ਰਾਂਤ ਕਹੀਏ ਤਬਦੀਲੀ ਹੁੰਦੀ ਹੈ ਜਦ, ਤਦੇ ਖਾਲਸਾ ਜੀ ਇਸ ਨੂੰ ਸੰਗਰਾਂਦ ਦਾ ਨਾਮ ਦਿੱਤਾ ਜਾਂਦਾ ਹੈ। ਪਿੱਛੇ ਵੈਸਾਖ ਦਾ ਮਹੀਨਾ ਬਤੀਤ ਹੋਇਆ, ਜਿਹੜੇ ਸੰਗਰਾਂਦ ਦੇ ਖਾਲਸਾ ਜੀ 12 ਰਾਸਾਂ 12 ਮਹੀਨੇ ਬਣੇ ਵੈ ਮੰਨੀ ਦੇ ਹੈ। ਇਹਨਾਂ ਦਾ ਸੰਬੰਧ ਖਾਲਸਾ ਜੀ ਸੂਰਜ ਨਾਲ ਹੈ, ਥਿੱਤਾਂ ਦਾ ਸੰਬੰਧ ਚੰਦਰਮਾ ਨਾਲ ਹੈ।
ਜਿਸ ਪ੍ਰਕਾਰ 27 ਸਤਸੰਗ ਜੀ ਨਛੱਤਰ ਮੰਨੇ ਆ ਜੋਤਿਸ਼ ਨੇ। 27 ਨਛੱਤਰ ਮੰਨੇ ਹੈ। 4 ਵਰਨਾਂ ਦਾ ਇੱਕ ਨਛੱਤਰ ਮੰਨਿਆ ਜਾਂਦਾ ਹੈ। ਤੋ ਇਸੇ ਪ੍ਰਕਾਰ 2.5 ਨਛੱਤਰ ਦੀ ਇੱਕ ਰਾਸ, ਵਾਹਿਗੁਰੂ ਸਵਾ 2 ਨਛੱਤਰ ਦੀ ਜਿਹੜੀ ਵੈ ਇੱਕ ਰਾਸ ਮੰਨੀ ਜਾਂਦੀ ਹੈ। ਤੋ 12 ਰਾਸਾਂ ਹਨ, ਭਾਵ 12 ਰਾਸ਼ੀਆਂ। ਤੋ 12 ਜਿਹੜੇ ਵੈ ਮਹੀਨੇ ਵੈ। ਸੂਰਜ ਜਾਂ ਖਾਲਸਾ ਜੀ ਸਮੇਂ, ਕਿਉਂਕਿ ਮੌਸਮ ਜਿਹੜਾ ਵਾ ਉਹ ਸੂਰਜ ਤੇ ਨਿਰਭਰ ਕਰਦਾ ਹੈ, ਜਿਸ ਕਰਕੇ ਜਦੋਂ ਹੀ ਸੂਰਜ ਦੇ ਸੁਭਾਅ ਵਿੱਚ ਤਬਦੀਲੀ ਆਉਂਦੀ ਹੈ, ਉਵੇਂ ਖਾਲਸਾ ਜੀ ਸਮਾਂ ਜਿਹੜਾ ਮੌਸਮ ਹੈ ਉਹ ਬਦਲਦਾ ਹੈ। ਪਿੱਛੇ ਵੈਸਾਖ ਦਾ ਮਹੀਨਾ ਜਿਵੇਂ ਬਤੀਤ ਹੋਇਆ, ਆਹ ਖਾਲਸਾ ਜੀ ਜੋ ਜੇਠ ਦਾ ਮਹੀਨਾ ਪ੍ਰਾਰੰਭ ਹੋ ਰਿਹਾ, ਹਰੇਕ ਮਹੀਨੇ ਦਾ ਖਾਲਸਾ ਜੀ ਮੌਸਮ ਦਾ ਵੱਖੋ ਵੱਖਰਾ ਮਹੀਨੇ ਦਾ ਸੁਭਾਅ ਹੈ। ਜਿੱਥੇ ਖਾਲਸਾ ਜੀ ਵੈਸਾਖ ਦਾ ਮਹੀਨਾ ਬਤੀਤ ਹੋਇਆ, ਇਹ ਜੇਠ ਦੀ ਪ੍ਰਾਰੰਭਤਾ ਹੈ। ਇਸ ਮਹੀਨੇ ਦਾ ਖਾਲਸਾ ਜੀ ਜੇ ਸੁਭਾਅ ਵੇਖੀਏ, ਕਿਉਂਕਿ ਧੰਨ ਚੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਸੰਗਰਾਂਦ ਦੇ ਮਹੀਨੇ ਜਾਂ ਖਾਲਸਾ ਜੀ 12 ਮਾਹ ਕਹੀਏ ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ। ਜਿੱਥੇ ਖਾਲਸਾ ਜੀ ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ, ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਉੱਥੇ 15 ਥਿੱਤਾਂ ਦੁਆਰਾ ਵੀ ਉਪਦੇਸ਼ ਦਿੱਤਾ ਹੈ। 15 ਥਿੱਤੀ ਤਾਂ 7 ਵਾਰ, 7 ਵਾਰ ਜਿਹੜੇ ਵੈ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ ਐਤ, ਇਹਨਾਂ ਦੁਆਰਾ ਵੀ ਉਪਦੇਸ਼ ਦਿੱਤਾ। ਫਿਰ ਮਹਾਰਾਜੀਆਂ ਪਹਿਰਿਆਂ ਦੁਆਰਾ ਵੀ ਉਪਦੇਸ਼ ਦਿੱਤਾ ਹੈ। ਇਸੇ ਪ੍ਰਕਾਰ ਕਾਰਨ ਇਹ ਖਾਲਸਾ ਜੀ ਕੋਈ ਵੈਦ ਹੋਵੇ, ਉਹਦੇ ਮਨ ਵਿੱਚ ਇਹ ਹੁੰਦਾ ਵੀ ਜੋ ਮਰੀਜ਼ ਮੇਰੇ ਪਾਸ ਆਇਆ ਇਹ ਕਿਸੇ ਤਰ੍ਹਾਂ ਠੀਕ ਹੋਵੇ। ਠੀਕ ਕਦੇ ਹੋਵੇਗਾ ਖਾਲਸਾ ਜੀ ਜਦੇ ਵੈਦ ਦੀ ਦਿੱਤੀ ਹੋਈ ਔਸ਼ਧੀ ਛਕਦਾ। ਵੈਦ ਦੇ ਮਨ ਵਿੱਚ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਮੇਰੀ ਔਸ਼ਧੀ ਦੇ ਅੰਦਰ ਜਾਵੇ, ਇੱਕ ਵਾਰੀ ਇਹ ਖਾਵੇ ਸਹੀ। ਚਾਹੇ ਉਹ ਜਿਹੜਾ ਮਰੀਜ਼ ਵੈ ਕਹਿੰਦਾ ਏ ਔਸ਼ਧੀ ਦਵਾਈ ਕੌੜੀ ਹੈ, ਖਾਣ ਵਿੱਚ ਬੇਸਵਾਦੀ ਹੈ, ਪਰ ਵੈਦ ਨੂੰ ਇਹ ਹੁੰਦਾ ਵੀ ਇੱਕ ਵਾਰੀ ਇਹ ਔਸ਼ਧੀ ਖਾਵੇ ਸਹੀ। ਜਦ ਹੀ ਉਹਦੇ ਗਲ ਦੇ ਅੰਦਰ ਹਲਕਦੇ ਲੰਘੇਗੀ, ਉਸ ਤੋਂ ਬਾਅਦ ਔਸ਼ਧੀ ਆਪਦਾ ਅਸਰ ਵਿਖਾਉਂਦੀ ਹੈ। ਮਰੀਜ਼ ਦੀ ਖਾਲਸਾ ਦੀ ਜਿਹੜੀ ਮਰਜ਼ ਵੈ ਬਿਮਾਰੀ ਉਹ ਦੂਰ ਹੁੰਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਹ ਮਰਿਆਦਾ ਹੈ। 10 ਜੋਤਾਂ ਵਿੱਚ ਸੱਚੇ ਪਾਤਸ਼ਾਹ ਜੀ ਵਰਤੇ। ਹਾਜ਼ਰਾ ਹਜੂਰ ਜਹਰਾ ਜਹੂਰ ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਲਾ ਕਰਕੇ ਗਏ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਖਾਲਸਾ ਜੀ 10 ਜਾਮਿਆਂ ਵਿੱਚ ਵਰਤ ਕਰਕੇ ਜਿਵੇਂ ਜਿਵੇਂ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ, ਉਹ ਮਾਨੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਵੈਦ ਕੌਣ ਹੈ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਜੀ ਵੈਦ ਹੈਨ। ਤੋ ਔਸ਼ਧੀ ਕੀ ਹੈ ਖਾਲਸਾ ਜੀ? ਸੰਸਾਰ ਰੋਗੀ ਨਾਮ ਦਾਰੂ। ਨਾਮ ਖਾਲਸਾ ਜੀ ਇਹ ਦਾਰੂ ਹੈ, ਦਵਾਈ ਹੈ, ਔਸ਼ਧੀ ਹੈ। ਜਿਵੇਂ ਵੈਦ ਦੇ ਮਨ ਵਿੱਚ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਮੇਰੀ ਔਸ਼ਧੀ ਮਰੀਜ਼ ਇੱਕ ਵਾਰੀ ਖਾਵੇ ਸਹੀ, ਉਹ ਖਾਲਸਾ ਜੀ ਦੇਣ ਵਾਸਤੇ ਕਈ ਵਾਰੀ ਖੰਡ ਆਦਿਕ ਵੀ ਰਲਾਉਂਦੇ ਆ। ਔਸ਼ਧੀ ਨਾ ਸਵਾਦ ਹੋਵੇ, ਬੇਸਵਾਦੀ ਹੋਵੇ, ਹੋਰ ਬੜੇ ਤਰ੍ਹਾਂ ਦੇ ਤਰੀਕੇ ਫਿਰ ਦੱਸਦੇ ਵੈਦ ਵੀ ਇਹਨੂੰ ਇਉਂ ਖਾ ਲਓ, ਇਹਨੂੰ ਇਸੇ ਤਰ੍ਹਾਂ ਇਸ ਚੀਜ਼ ਵਸਤੂ ਵਿੱਚ ਮਿਲਾ ਕੇ ਛਕੋ। ਭਾਵ ਕਿ ਕਿਸੇ ਨਾ ਕਿਸੇ ਤਰ੍ਹਾਂ ਮਰੀਜ਼ ਇਹ ਦਵਾਈ ਖਾਵੇ ਸਹੀ। ਇਸੇ ਤਰ੍ਹਾਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇਹ ਵਿਧੀ ਵਰਤੀ ਹੈ, ਜਿਹੜੀ ਇਹ 12 ਮਹੀਨਿਆਂ ਦੁਆਰਾ ਉਪਦੇਸ਼ ਦੇਣਾ, 7 ਵਾਰਾਂ ਦੁਆਰਾ ਉਪਦੇਸ਼ ਦੇਣਾ, 15 ਥਿੱਤਾਂ ਦੁਆਰਾ ਉਪਦੇਸ਼ ਦੇਣਾ, ਪਹਿਰਿਆਂ ਦੁਆਰਾ ਉਪਦੇਸ਼ ਦੇਣਾ, ਵੀ ਕਿਸੇ ਨਾ ਕਿਸੇ ਤਰੀਕੇ ਇਹ ਜਿਹੜਾ ਨਾਮ ਹੈ ਪਰਮੇਸ਼ਰ ਦਾ ਇਹ ਜੀਵਾਂ ਦੇ ਹਿਰਦੇ ਵਿੱਚ ਜਾਵੇ। ਚਾਹੇ ਉਹ ਖਾਲਸਾ ਜੀ ਹੁਣ 12 ਬਾਣੀ ਪਾਵਨ ਪੜ੍ਹੀ ਆ, ਤੋ ਆ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਫਲਾ ਉਪਦੇਸ਼ ਸੁਣਨ ਵਾਸਤੇ ਆਪ ਆਏ,
ਇੱਥੇ ਮਹਾਰਾਜ ਜੇਠ ਦੇ ਮਹੀਨੇ ਦੁਆਰਾ ਹੀ ਉਪਦੇਸ਼ ਦੇ ਰਹੇ ਆ। ਜੇਠ ਦੀ ਸੰਗਰਾਂਦ ਦਾ ਦਿਹਾੜਾ ਹੈ। ਤੋ ਇਉਂ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਅੰਦਰ ਖਾਲਸਾ ਜੀ ਨਾਮ ਦਾ ਕਿਣਕਾ ਜਾਵੇ ਤੇ ਜੀਵਾਂ ਦੀ ਕਲਿਆਣ ਹੋਵੇ। ਇਸ ਗੱਲ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀਆਂ ਨੇ 12 ਮਾਹ ਦੀ ਪਾਵਨ ਬਾਣੀ ਦੁਆਰਾ ਖਾਲਸਾ ਜੀ ਉਪਦੇਸ਼ ਦਿੱਤਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਖਾਲਸਾ ਜੀ ਕਰਤਾਰਪੁਰ ਸਾਹਿਬ ਦਾ ਪਾਵਨ ਨਗਰ ਵਸਾਇਆ। 18 ਵਰ੍ਹੇ ਗਰੀਬ ਨਵਾਜ ਨੇ ਉੱਥੇ ਖੇਤੀ ਕੀਤੀ। ਬੜੇ ਧੰਦਿਆਂ ਵਿੱਚ ਫਸੇ ਹੋਏ ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਣ ਆਉਂਦੇ, ਬੇਨਤੀ ਕਰਦੇ, ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਸਾਡੀ ਜੀਵਾਂ ਦੀ ਕਲਿਆਣ ਕਰੋ। ਮਹਾਰਾਜ ਧੰਦਿਆਂ ਵਿੱਚ ਘਰ ਘੁੰਮਣ ਵਾਣੀ ਭਾਈ, ਮਹਾਰਾਜ ਘਰਾਂ ਦੇ ਧੰਦਿਆਂ ਵਿੱਚ ਫਸੇ ਹੋਏ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਖਾਲਸਾ ਜੀ ਇਹ ਜਿਹੜੇ ਗ੍ਰਸਤੀ ਜੀਵ ਸਨ, ਕਿਉਂਕਿ ਜਾਂ ਸੰਨਿਆਸੀ ਸਰੇਵੜੇ ਅਤੇ ਆਦਿਕ ਜਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਰਹੇ, ਉਹਨਾਂ ਦੀ ਕਲਿਆਣ ਸੱਚੇ ਪਾਤਸ਼ਾਹ ਜੀਆਂ ਕੀਤੀ। ਤੋ ਇਸੇ ਪ੍ਰਕਾਰ ਜਿਹੜੇ ਗ੍ਰਸਤੀ ਸਨ ਧੰਦਿਆਂ ਵਿੱਚ ਫਸੇ ਹੋਏ ਜਿਵੇਂ ਆਪਾਂ ਹਾਂ, ਇਹਨਾਂ ਵਾਸਤੇ ਮਹਾਰਾਜ ਜੀਆਂ ਨੇ ਖਾਲਸਾ ਜੀ ਪਹਿਲਾਂ ਤੁਖਾਰੀ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ 12 ਮਾਹ ਦੀ ਪਾਵਨ ਬਾਣੀ ਉਚਾਰਨ ਕੀਤੀ। ਇਹ ਉਪਦੇਸ਼ ਦਿੱਤਾ ਕਿ ਭਾਈ ਜਿਹੜੇ ਗ੍ਰਸਤੀ ਲੋਕ ਵੈ ਉਹ ਜਦੇ ਹੀ ਸੰਗਰਾਂਦ ਹੋਵੇ, ਕੋਈ ਮਹੀਨਾ ਤਬਦੀਲ ਹੁੰਦਾ, ਨਵਾਂ ਪ੍ਰਾਰੰਭ ਹੁੰਦਾ, ਗ੍ਰਸਤੀ ਲੋਕ ਭਾਈ ਮਹੀਨੇ ਦੇ ਮਹੀਨੇ ਇਕੱਠੇ ਹੋ ਕਰਕੇ ਇੱਥੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਾਮ ਜਪੋ, ਕੀਰਤਨ ਸਰਵਣ ਕਰੋ ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਕੇ ਭਾਈ ਗ੍ਰਸਤੀ ਵੀ ਆਪਣਾ ਜਨਮ ਸਫਲਾ ਕਰਦੇ ਆ। ਭਾਵ ਕਿ ਸਾਰਾ ਮਹੀਨਾ ਜੇਕਰ ਨਹੀਂ ਖਾਲਸਾ ਜੀ ਗੁਰੂ ਘਰੇ ਹਾਜ਼ਰੀ ਭਰ ਹੁੰਦੀ, ਕਮ ਸੇ ਕਮ ਸਿੱਖ ਖਾਲਸਾ ਜੀ ਗ੍ਰਸਤੀ ਧੰਦਿਆਂ ਵਿੱਚ ਫਸਿਆ ਹੋਇਆ ਸੰਗਰਾਂਦ ਦੇ ਦਿਨ ਜ਼ਰੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੇ। ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਖਾਲਸਾ ਜੀ ਵਿਧਾਨ ਹੈ। ਤੋ ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਇਹ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਦੇ ਮੰਡੀ ਸਾਹਿਬ ਦੀ ਵਾਹਣ ਹਾਲ ਜਿੱਥੇ ਹੈ, ਇੱਥੇ ਬੈਠੇ ਹੋਏ ਹਜ਼ੂਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੇ ਪਾਸ ਬਾਬਾ ਬੁੱਢਾ ਸਾਹਿਬ ਜੀ ਵਰਗੇ ਤਤ ਬੇਤਿਆਂ ਦੀ ਬੇਨਤੀ ਕਰਨੀ, ਹੈ ਸੱਚੇ ਪਾਤਸ਼ਾਹ ਸਾਨੂੰ ਸਿੱਖਾਂ ਨੂੰ ਮਹਾਰਾਜ ਕਾਹਨੂੰ ਬ੍ਰਾਹਮਣਾ ਗੋਚਰਾ ਛੱਡਦੇ ਹੋ, ਆਪ ਕਿਰਪਾ ਕਰੋ ਕਿ ਸੱਚੇ ਪਾਤਸ਼ਾਹ ਜੀ ਇਹ ਪਾਵਨ ਕੋਈ ਐਸੀ ਬਾਣੀ ਉਚਾਰਨ ਕਰੋ ਮਹਾਰਾਜ ਜਿਹੜੀ ਸੰਗਰਾਂਦ ਦੇ ਦਿਨ ਸਾਰੇ ਸਿੱਖ ਪੜ੍ਹ ਸੁਣ ਕਰਕੇ ਨਿਹਾਲ ਹੋਣ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਆਖਿਆ, ਇਹ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੁਖਾਰੀ ਰਾਗ ਅੰਦਰ ਪਹਿਲਾਂ ਹੀ 12 ਮਾਹ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ, ਅਸੀਂ ਹੁਣ ਕਿਵੇਂ ਉਚਾਰੀਏ? ਉਹ ਬਾਣੀ ਪੜ੍ਹ ਸੁਣ ਕਰਕੇ ਭਾਈ ਸੰਗਰਾਂਦ ਦੇ ਮਹੀਨੇ ਦੀ ਆਪ ਜੀ ਫਲਾ ਉਪਦੇਸ਼ ਸਭ ਸੰਗਤਾਂ ਗ੍ਰਹਿਣ ਕਰ ਲਿਆ ਕਰੋ। ਫਿਰ ਬੇਨਤੀ ਕੀਤੀ ਸੰਗਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿ ਤੁਖਾਰੀ ਰਾਗ ਜਿਹੜਾ ਵਾ ਜ਼ਰਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮਹਿੰਗੀ ਵਾ, ਔਖੀ ਕਹਿ ਦਿੰਦੇ ਜਿਹਨੂੰ ਸਰਲ ਸ਼ਬਦਾਂ ਵਿੱਚ। ਤੋ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤੁਖਾਰੀ ਰਾਗ ਵਿੱਚ ਜੋ 12 ਮਾਹ ਹੈ ਇਹ ਜਰਾ ਬਾਣੀ ਮਹਿੰਗੀ ਹੈ। ਤੋ ਬਾਬਾ ਬੁੱਢਾ ਸਾਹਿਬ ਜੀਆਂ ਨੇ ਫਿਰ ਜਾ ਕੇ ਬੇਨਤੀ ਕੀਤੀ ਕਿ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸੰਗਤਾਂ ਇਉਂ ਬੇਨਤੀ ਕਰਦੀਆਂ ਕਿ ਆਪ ਕੋਈ ਸੁਖੈਣ ਬਾਣੀ ਉਚਾਰਨ ਕਰੋ। ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਇਹ ਬਚਨ ਕਹੇ ਕਿ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਉਚਾਰੀ ਹੋਈ ਪਾਵਨ ਬਾਣੀ ਉਹਦੇ ਤੋਂ ਅੱਗੇ ਨਹੀਂ ਉਚਾਰਦੇ, ਪਰ ਇਉਂ ਜਾਣੋ ਵੀ ਜਿਹੜੀ ਅਸੀਂ ਇਹ 12 ਮਾਹ ਉਚਾਰਾਂਗੇ ਇਹ ਉਸੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਸਰਲ ਅਰਥ ਜਾਣ ਲਓ। ਸਹਿਜੇ ਹੀ ਸਿੱਖ ਪੜ੍ਹ ਲਿਆ ਕਰਨ, ਇਹਦੇ ਅਰਥ ਖਾਲਸਾ ਜੀ 12 ਮਾਹ ਦੇ ਆਪ ਜਿਹੜੇ ਪੜ੍ਹਨ ਵਾਲੇ ਨਿਤਨੇਮ ਵਿੱਚ ਗੁਰਸਿੱਖ ਆ ਉਹ ਜਾਣਦੇ ਆ। 12 ਮਾਹ ਇਸ ਪਾਵਨ ਬਾਣੀ ਮਾਝ ਰਾਗ ਅੰਦਰ ਇਹਦੇ ਅਰਥ ਖਾਲਸਾ ਜੀ ਬਹੁਤ ਸੁਖੈਣ ਵੈ, ਜਿਵੇਂ ਜਿਵੇਂ ਪੜ੍ਹਦੇ ਜਾਓਗੇ ਸੁਤੇ ਹੀ ਸਮਝ ਪੈਂਦੀ ਜਾਂਦੀ ਹੈ। ਇਹ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਖਾਲਸਾ ਜੀ ਵੱਡਾ ਪਰਉਪਕਾਰ ਕੀਤਾ ਹੈ ਜੀਵਾਂ ਉੱਪਰ, ਜੋ ਇਹ ਪਾਵਨ ਮਾਝ ਰਾਗ ਅੰਦਰ 12 ਮਾਹ ਦੀ ਪਾਵਨ ਬਾਣੀ ਉਚਾਰਨ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਹਿਰਦੇ ਵਿੱਚ ਵਸਾਈਏ। ਆਪ ਸਭ ਸੰਗਤਾਂ ਵਡਭਾਗੇ ਹੋ, ਗੁਰੂ ਗਰੀਬ ਨਵਾਜ ਦੇ ਚਰਨਾਂ ਵਿੱਚ ਜੁੜ ਬੈਠੇ ਹੋ। ਕੁਝ ਸਮੇਂ ਵਾਸਤੇ ਖਾਲਸਾ ਜੀ ਬਿਰਤੀ ਨੂੰ ਇਕਾਗਰ ਕਰੀਏ, ਕਿਉਂਕਿ ਸਰੀਰ ਦੀ ਖਾਲਸਾ ਜੀ ਖੁਰਾਕ ਸੰਸਾਰ ਵਿੱਚ ਬੜੀ ਨਾਨਾ ਪ੍ਰਕਾਰ ਦੀ ਹੈ, ਪਰ ਮਨ ਦੀ ਖਾਲਸਾ ਜੀ ਖੁਰਾਕ ਕੇਵਲ ਤੇ ਕੇਵਲ ਆਤਮਾ ਮਨ ਦੀ ਖੁਰਾਕ ਜਿਹੜੀ ਵੀ ਉਹ ਨਾਮ ਹੈ।
ਸੰਸਾਰ ਦੇ ਵਿੱਚ ਜੀਵ ਸਰੀਰ ਨੂੰ ਤਗੜਿਆਂ ਕਰਨ ਵਾਸਤੇ ਬੜੀ ਖੁਰਾਕ ਖਾਂਦੇ ਆ, ਪਰ ਸਾਧ ਸੰਗਤ ਜੀ ਮਨ ਵਾਸਤੇ, ਆਤਮਾ ਵਾਸਤੇ, ਕਲਿਆਣ ਵਾਸਤੇ ਕੇਵਲ ਜਿਹੜਾ ਨਾਮ ਹੈ ਇਹ ਖਾਲਸਾ ਜੀ ਕੋਈ ਵਿਰਲੇ ਹੈਣ, ਵਿਰਲੇ ਨਾਹੀ ਕਨੇ ਫੈਲ ਫੱਕੜ ਸੰਸਾਰ। ਵਿਰਲੇ ਜੀਵ ਜਿਹੜੇ ਆ ਉਹ ਨਾਮ ਵਾਲੇ ਪਾਸੇ ਤੁਰਦੇ ਵੈ, ਜਿਨ੍ਹਾਂ ਦੀ ਆਤਮਾ ਬਲਵਾਨ, ਮਨ ਬਲਵਾਨ ਹੋਵੇ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਕੁਝ ਸਮੇਂ ਵਾਸਤੇ ਜੇਠ ਦੇ ਮਹੀਨੇ ਦੀ ਸੰਗਰਾਂਦ ਦੁਆਰਾ ਜਾਂ ਸ਼ਬਦ ਦੁਆਰਾ ਗਰੀਬ ਨਵਾਜ ਨੇ ਕੀ ਜੇਠ ਮਹੀਨੇ ਦੁਆਰਾ ਫਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੀਏ ਜੀ। ਸਭ ਸੰਗਤ ਆਖਣਾ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਤੋ ਇਹ ਖਾਲਸਾ ਜੀ ਚੌਥਾ ਸ਼ਬਦ ਪ੍ਰਾਰੰਭ ਹੁੰਦਾ ਹੈ 12 ਮਾਹ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਜੇਠ ਦੇ ਮਹੀਨੇ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਹਰੀ ਪਰਮੇਸ਼ਰ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਜੇਠ ਕਹਿੰਦੇ ਖਾਲਸਾ ਜੀ ਜੇਸ਼ਟ ਤੋਂ ਭਾਵ ਹੁੰਦਾ ਹੈ ਵੱਡਾ। ਹਰੀ ਪਰਮੇਸ਼ਰ ਜਿਹੜਾ ਖਾਲਸਾ ਜੀ ਵੱਡਿਆਂ ਤੋਂ ਵੱਡਾ ਹੈ। ਹੇ ਮੇਰੇ ਮਨ ਜੁੜੰਦਾ ਲੋੜੀਐ, ਉਸ ਪ੍ਰਭੂ ਪਰਮੇਸ਼ਰ ਨਾਲ ਜੁੜਨਾ ਲੋੜੀਐ ਕਹੀਏ ਇੱਛਾ ਕਰ ਬਾਂਝ। ਇਹ ਜਿਹੜੀ ਵੈ ਮਨ ਦੀ ਇੱਛਾ ਰੱਖ ਕਿ ਹਰੀ ਪਰਮੇਸ਼ਰ ਜਿਹੜਾ ਸਾਰਿਆਂ ਤੋਂ ਵੱਡਾ ਹੈ ਉਹਦੇ ਨਾਲ ਜੁੜਨਾ ਲੋੜਨਾ ਚਾਹੀਦਾ। ਲੋੜੀਏ ਭਾਵ ਲੋਚੀਏ, ਉਸ ਪਰਮੇਸ਼ਰ ਨਾਲ ਜੁੜਨਾ ਲੋਚ। ਜਿਸ ਅੱਗੇ ਸਭ ਨਿਵੰਨ। ਕਿਹੜਾ ਪਰਮੇਸ਼ਰ ਜਿਹੜਾ ਇੱਕ ਸਾਰਿਆਂ ਤੋਂ ਵੱਡਾ ਹੈ। ਦੂਸਰਾ ਖਾਲਸਾ ਜੀ ਮਹਾਰਾਜ ਕਹਿੰਦੇ ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਭ ਦੇਵੀ ਦੇਵਤੇ ਜਿੰਨੇ ਵੀ ਨਿਵੰਨ ਕਹੀਏ ਨਿਵਦੇ ਆ। ਜਿਸ ਪਰਮੇਸ਼ਰ ਦੇ ਅੱਗੇ ਸਾਰੇ ਹੀ ਖਾਲਸਾ ਜੀ ਸੀਸ ਝੁਕਾਉਂਦੇ ਆ। ਆਪ ਜੀ ਜਿਹੜੇ ਸੰਧਿਆ ਸਮੇਂ ਦੀ ਕਥਾ ਸਰਵਣ ਕਰਦੇ ਆ, ਨਾਨਕ ਪ੍ਰਕਾਸ਼ ਅੰਦਰ ਜੋ ਇੱਕ ਪ੍ਰਕਰਨ ਆਉਂਦਾ, ਇੱਕ ਸਿੱਖ ਦੇ ਮਨ ਵਿੱਚ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਆਇਆ ਕਰਤਾਰਪੁਰ ਸਾਹਿਬ। ਮਨ ਵਿੱਚ ਇਹ ਵਿਚਾਰ ਆਇਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਤੜਕੇ ਹੀ ਸਵਾ ਪਹਿਰ ਰਾਤ ਰਹਿੰਦਿਆਂ ਜਾਗ ਜਾਂਦੇ ਆ ਤੇ ਰਾਵੀ ਤੇ ਇਸ਼ਨਾਨ ਕਰਨ ਜਾਂਦੇ ਆ। ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਮਹਾਰਾਜ ਦਾ ਪਿੱਛਾ ਕਰਦਾ ਖਾਲਸਾ ਜੀ ਜਦੋਂ ਮਹਾਰਾਜ ਸਵਾ ਪਹਿਰ ਜਾਗੇ ਆ। ਸ਼੍ਰੀਮਾਨ ਭਾਈ ਲਹਿਣਾ ਜੀ ਵੀ ਸਤਿਪੁਰਖ ਨਾਲ ਹਨ। ਜਦੇ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਰਾਵੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਚੌਂਕੜਾ ਲਾ ਰਾਵੀ ਦੇ ਕੰਢੇ ਬੈਠੇ। ਇਹ ਸਿੱਖ ਜਿਹੜਾ ਨਾ ਝਾੜੀਆਂ 'ਚ ਲੁੱਕ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆ ਵੇਖੇ। ਮਹਾਰਾਜ ਜੀ ਚਲੋ ਕੁਝ ਸਮਾਂ ਰਹਿੰਦਿਆਂ ਇੱਥੇ ਸਿੱਖ ਕੀਰਤਨ ਪ੍ਰਾਰੰਭ ਕਰਦੇ। ਗੁਰੂ ਨਾਨਕ ਪਾਤਸ਼ਾਹ ਜੀ ਧਰਮਸ਼ਾਲਾ ਵਿੱਚ ਆਣ ਬਿਰਾਜਮਾਨ ਹੋਏ। ਇਹ ਸਿੱਖ ਨੇ ਮਨ ਵਿੱਚ ਵਿਚਾਰ ਕੀਤਾ ਵੀ ਸ਼ਾਇਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹ ਰਾਵੀ ਨਦੀ ਤੇ ਖਵਾਜੇ ਨੂੰ ਪੂਜਦੇ ਵੇ, ਵਰਣ ਦੇਵਤੇ ਨੂੰ, ਤੇ ਉਹਦੀ ਪ੍ਰਤਿਸ਼ਠਾ ਪੂਜਾ ਕਰਕੇ ਇਹ ਖਵਾਜੇ ਤੋਂ ਵਰ ਲੈ ਕੇ ਤੇ ਗਾਂ ਸੰਗਤਾਂ ਨੂੰ ਨਿਹਾਲ ਕਰਦੇ ਆ। ਮਨ ਵਿੱਚ ਇਹਦੇ ਇਹ ਸ਼ੰਕਾ ਪੈਦਾ ਹੋਇਆ। ਅਗਲੇ ਦਿਨ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਜਦੇ ਹੀ ਇਸ਼ਨਾਨ ਕਰਕੇ ਵਾਪਸ ਮੁੜੇ। ਇਹ ਸਿੱਖ ਖਾਲਸਾ ਜੀ ਸ਼ੰਕਾਵਾਦੀ ਉੱਥੇ ਜਾ ਝਾੜੀਆਂ 'ਚ ਲੁਕਿਆ ਪਿਆ ਵੀ ਮਹਾਰਾਜ ਜਦੋਂ ਵਾਪਸ ਮੁੜਨਗੇ ਤੇ ਮੈਂ ਵੀ ਇੱਥੇ ਬਹਿ ਕੇ ਖਵਾਜੇ ਨੂੰ ਪੂਜਾਂਗਾ। ਉਧਰ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਧਰਮਸ਼ਾਲਾ ਵਿੱਚ ਜਾ ਵਿਰਾਜਮਾਨ ਹੋਏ। ਕੀਰਤਨ ਸੰਗਤਾਂ ਸਿੱਖਾਂ ਨੇ ਪ੍ਰਾਰੰਭ ਕਰ ਦਿੱਤਾ। ਇਧਰ ਸਿੱਖ ਝਾੜੀਆਂ 'ਚੋਂ ਨਿਕਲਿਆ ਜਦੇ ਹੀ ਤੇ ਉਹਨੇ ਨੂੰ ਖਾਲਸਾ ਜੀ ਕਿਸੇ ਚਿੱਟੇ ਵਸਤਰ ਪਾਏ ਹੋਏ, ਹੱਥ ਵਿੱਚ ਉਹ ਨਿਸ਼ਾਨ ਹੁੰਦਾ ਵਰਣ ਦੇਵ ਤੇ ਖਵਾਜੇ ਦਾ, ਮੱਛੀ ਫੜੀ ਹੁੰਦੀ ਉਹਨੇ, ਉਹ ਹੱਥ ਵਿੱਚ ਉਹਦੇ ਮੱਛੀ ਜੀ ਪਕੜੀ ਹੋਈ ਵਾ। ਤੇ ਵਰਨ ਦੇਵਤਾ ਸਾਧ ਸੰਗਤ ਜੀ ਉਹ ਜਦੋਂ ਇੱਥੇ ਮਹਾਰਾਜ ਦੇ ਬਾਅਦ ਇਸ਼ਨਾਨ ਕਰਨ ਜਾਣ ਤੋਂ ਬਾਅਦ ਚਿੱਟੇ ਵਸਤਰ ਪਾ ਕੇ ਇਹ ਦੇਵ ਵਰਨ ਦੇਵਤਾ ਜਾਂ ਖਵਾਜਾ ਜਿਹਨੂੰ ਕਹਿੰਦੇ ਵਾ, ਇਹ ਵੇਖਿਆ ਇਹਨੇ ਖਵਾਜੇ ਨੇ ਵੀ ਆਹ ਝਾੜੀਆਂ 'ਚ ਕਿਹੜਾ ਲੁਕਦਾ ਫਿਰਦਾ ਅੰਮ੍ਰਿਤ ਵੇਲਾ। ਕਹਿੰਦੇ ਭਾਈ ਦੱਸ ਕੌਣ ਹੈ, ਚੋਰ ਹੈ ਕਿ ਕੌਣ ਹੈ ਤੂੰ? ਸਿੱਖ ਤਾਂ ਜਾਪਦਾ ਨਹੀਂ, ਸਿੱਖ ਤਾਂ ਹੋਣੀ ਝਾੜੀਆਂ 'ਚ ਲੁਕਦੇ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਜੇ ਸਿੱਖ ਹੁੰਦਾ ਤੇ ਨਾਮ ਨਾ ਜਪਦਾ। ਖੜਾ ਹੋਇਆ ਝਾੜੀਆਂ 'ਚੋਂ ਨਿਕਲ ਕੇ, ਕਹਿੰਦਾ ਆਖੇ ਮੈਂ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੀ, ਪਰ ਮੈਂ
ਇਹ ਜਾਣਿਆ ਵਾ ਵੀ ਗੁਰੂ ਨਾਨਕ ਪਾਤਸ਼ਾਹ ਜੀ, ਹੁਣ ਇਹਨੂੰ ਕੀ ਪਤਾ ਵੀ ਇਹ ਖਵਾਜਾ ਹੀ ਖੜਾ ਸਾਹਮਣੇ ਮੇਰੇ। ਕਹਿੰਦਾ ਭਾਈ ਮੈਂ ਇਹ ਜਾਣਿਆ ਵੀ ਗੁਰੂ ਨਾਨਕ ਪਾਤਸ਼ਾਹ ਤੜਕੇ ਇੱਥੇ ਆ ਜਾਂਦੇ, ਸਵਾ ਪਹਿਰ ਰਾਤ ਰਹਿੰਦਿਆਂ, ਤੇ ਜਦੇ ਹੀ ਇਸ਼ਨਾਨ ਕਰਕੇ ਤੇ ਇੱਥੇ ਕੰਢੇ ਚੌਂਕੜਾ ਲਾ ਕੇ ਬਹਿ ਜਾਂਦੇ, ਅੱਖਾਂ ਬੰਦ ਕਰ ਲੈਂਦੇ ਆ, ਖਵਾਜੇ ਨੂੰ ਪੂਜਦੇ ਆ, ਇੱਥੋਂ ਬਰਕਤਾਂ ਲੈ ਲੈ ਕੇ ਤੇ ਫਿਰ ਸੰਗਤ ਨੂੰ ਵੰਡੀ ਜਾਂਦੇ, ਮੁੱਕਦੀਆਂ ਹੀ ਨਹੀਂ। ਮੈਂ ਸੋਚਿਆ ਕਿਉਂ ਨਾ ਸਿੱਧਾ ਹੀ ਖਵਾਜੇ ਵਾਲੀ ਉਹਦੇ ਹੀ ਪੂਜਾ ਕਰੀਏ, ਖਵਾਜੇ ਦੀ ਦਰਸ਼ਨ ਕਰ ਲਈਏ, ਤਾਂ ਮੈਂ ਤੜਕੇ ਇੱਥੇ ਆਇਆ, ਤੈਨੂੰ ਵੇਖ ਕੇ ਮੈਂ ਲੁਕ ਗਿਆ। ਉਹ ਖਾਲਸਾ ਜੀ ਤਾੜੀ ਮਾਰ ਕੇ ਹੱਸਿਆ ਖਵਾਜਾ, ਕਹਿੰਦਾ ਭਲਿਆ ਸਿੱਖਾ, ਜੇ ਇਸ ਖਵਾਜੇ ਦੇ ਤੂੰ ਦਰਸ਼ਨ ਕਰਨ ਵਾਸਤੇ ਆਇਆ, ਉਹ ਮੈਂ ਹੀ ਆ, ਤੇ ਮੈਂ ਤਾਂ ਆਪ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਧਰਮਸ਼ਾਲਾ ਚੱਲਿਆ। ਤੂੰ ਕਿਹੜਿਆਂ ਵਹਿਮਾਂ ਵਿੱਚ ਪਿਆ ਹੋਇਆ? ਗੁਰੂ ਨਾਨਕ ਪਾਤਸ਼ਾਹ ਜੀ ਸਧਾਰਨ ਕੇਵਲ ਇੱਕ ਸੰਸਾਰੀ ਵਾਸਤੇ ਗੁਰੂ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦੀ ਕਲਿਆਣ ਕਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰਮੇਸ਼ਰ ਸਰਗੁਣ ਸਰੂਪ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਮ ਰਖਾ ਕਰਕੇ ਜੀਵਾਂ ਦੀ ਕਲਿਆਣ ਵਾਸਤੇ ਪਰਮੇਸ਼ਰ ਇਸ ਸੰਸਾਰ ਤੇ ਕਰਤਾਰਪੁਰ ਸਾਹਿਬ ਡੇਰਾ ਲਾਇਆ ਹੋਇਆ ਹੈ। ਇੱਥੇ ਮੇਰੇ ਦਰਸ਼ਨਾਂ ਵਿੱਚ ਕੀ ਵੈ? ਜਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰ। ਮੈਂ ਆਪ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਧਰਮਸ਼ਾਲਾ ਵਿੱਚ ਬਹਿੰਦੇ ਵਾ, ਦਿਵ ਰੂਪ ਹੋ ਕਰਕੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦਾ। ਸਾਡੀ ਵੀ ਕਲਿਆਣ ਹੈ, ਜਿੰਨੇ ਦੇਵੀ ਦੇਵਤੇ ਵੈ ਸਾਰੇ ਦੇ ਸਾਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀ ਬਰਕਤ ਖਾ ਰਹੇ ਵੈ। ਜਾ ਕੇ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਡਿੱਗਿਆ। ਇਸ ਪ੍ਰਕਾਰ ਜਿਸ ਆਗਿਆ ਸਭ ਨਿਵੰਨ, ਉਹ ਪਰਮੇਸ਼ਰ ਦਾ ਸਰਗੁਣ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਖਾਲਸਾ ਜੀ ਦੇਵੀ ਦੇਵਤੇ ਵੀ ਨਿਭਦੇ ਹੈ। ਫਿਰ ਖਾਲਸਾ ਜੀ ਜਦੇ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨੀ ਆਏਗਾ, ਸੰਗਤ ਲੈ ਕਰਕੇ ਜਵਾਲਾ ਜੀ ਦੇ ਜਾਇਆ ਕਰਦੇ। ਜਦੋਂ ਸੰਗਤ ਲੈ ਕਰਕੇ ਪਹਿਲੀ ਵਾਰੀ ਜਵਾਲਾ ਜੀ ਜਾਣ ਲੱਗੇ, ਤੇ ਇਸੇ ਪ੍ਰਕਾਰ ਜਦੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ। ਇੱਕ ਦਿਨ ਦਰਸ਼ਨ ਕੀਤੇ, ਰਾਤ ਉੱਥੇ ਠਹਿਰੇ ਸੰਗਤਾਂ ਸਮੇਤ। ਤੜਕੇ ਹੀ ਜਦੋਂ ਸਦਿਆ ਅੰਮ੍ਰਿਤ ਵੇਲੇ ਉੱਠ ਕੇ ਲੰਗਰ ਵਿੱਚ ਗਏ, ਬੜੇ ਸੁੰਦਰ ਸਰੂਪ ਵਾਲੀ ਇਸਤਰੀ ਖਾਲਸਾ ਜੀ ਉੱਥੇ ਝਾੜੂ ਪਈ ਫੇਰੇ। ਪੁੱਛਿਆ ਭਾਈ ਕੌਣ? ਉਹ ਅੰਮ੍ਰਿਤ ਵੇਲੇ ਇੱਥੇ ਆ ਕੇ ਝਾੜੂ ਇਹ ਬੀਬੀ ਤੁਸੀਂ ਫੇਰਦੇ ਜੇ? ਆਖਿਆ ਮੈਂ ਜਵਾਲਾ ਜੀ ਹਾਂ, ਜਿਹਦੇ ਦਰਸ਼ਨ ਕਰਨ ਵਾਸਤੇ ਲੈਣੇ ਤੂੰ ਇੰਨੀ ਦੂਰ ਸੰਗਤ ਲੈ ਕੇ ਆਇਆ। ਜਿੰਨੀ ਬਰਕਤ ਉੱਥੇ ਵਰਤਦੀ ਜਵਾਲਾ ਜੀ ਦੇ, ਸਾਰੀ ਇਸ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਕਰਤਾਰਪੁਰ ਸਾਹਿਬ ਤੋਂ ਜਾਂਦੀ ਹੈ। ਇਹ ਖਾਲਸਾ ਜੀ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਇਹ ਵਡਿਆਈ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ। ਕੀ ਖਾਲਸਾ ਜੀ, ਜੋ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ। ਕੀ ਖਾਲਸਾ ਜੀ ਇਸ ਦਰ ਦੀਆਂ ਵਡਿਆਈਆਂ ਗਾਈਏ, ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤਿਰੰਤ ਨ ਕਿਨਹੀ ਲਹੀਐ। ਕੀ ਖਾਲਸਾ ਜੀ ਵਡਿਆਈਆਂ ਜੇ ਗੱਲ ਕਰੀਏ, ਮਲਸੀਆਂ ਇੱਥੇ ਨਕੋਦਰ ਦੇ ਲਾਗੇ ਵੈ, ਵਾਹਿਗੁਰੂ ਕਪੂਰਥਲੇ ਦੇ ਲਾਗੇ। ਉਹ ਮਲਸੀਆਂ ਨਗਰ ਦਾ ਰਹਿਣ ਵਾਲਾ ਖਾਲਸਾ ਜੀ ਸਿੱਖ ਜਦੇ ਹੀ ਖਾਲਸਾ ਜੀ ਉਹ ਦੇਵੀ ਕਾਲੀ ਦੇਵੀ ਮਾਤਾ ਦਾ ਜਿਹੜਾ ਵੈ ਉਹ ਪੁਜਾਰੀ ਸੀਗਾ। ਬੜਾ ਸਮਾਂ ਉਹਦੀ ਪੂਜਾ ਕੀਤੀ। ਮੰਦਿਰ ਵਿੱਚ ਸੁੱਤਿਆਂ ਹੋਇਆਂ ਸੁਪਨੇ ਵਿੱਚ ਉਹ ਜਿਹੜੀ ਵੈ ਕਾਲਕਾ ਦੇਈ ਆ ਕਰਕੇ ਕਹਿੰਦੀ ਵੈ ਵੀ ਮੇਰੇ ਪਾਸ ਜਿਹੜਾ ਵੈ ਉਹ ਤੇਰੇ ਵਾਸਤੇ ਕਲਿਆਣ ਮੁਕਤੀ ਨਹੀਂ, ਜੇ ਮੁਕਤੀ ਚਾਹੀਦੀ ਹੈ ਤੇ ਜਾ ਭਾਈ ਭਗੀਰਥ ਖਾਲਸਾ ਜੀ ਸਿੱਖ ਦਾ ਨਾਮ, ਹੈ ਭਗੀਰਥ ਜਾ, ਤੇਰੇ ਲਾਗੇ ਸੁਲਤਾਨਪੁਰ ਸਾਹਿਬ ਪਰਮੇਸ਼ਰ ਆਪ ਹਟ ਕਰਕੇ 13 ਸੌਦਾ ਤੋੜ ਰਿਹਾ ਹੈ, ਉਹਦੇ ਚਰਨ ਪਰਸ ਲੈ ਜੇ ਮੁਕਤੀ ਚਾਹੀਦੀ ਹੈ ਤਾਂ। ਇਹ ਖਾਲਸਾ ਦੀ ਵਡਿਆਈ ਮਹਿਮਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦੀ। ਤੋ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹੈ। ਭਾਈ ਜਿਹੜਾ ਉਹ ਸਾਰਿਆਂ ਤੋਂ ਵੱਡਾ ਹੈ, ਜਿਹਦੇ ਅੱਗੇ ਸਾਰਾ ਸੰਸਾਰ ਕੀ ਦੇਵੀ ਦੇਵਤੇ ਨਿਵਦੇ ਹਨ, ਉਸ ਪਰਮੇਸ਼ਰ ਦੇ ਨਾਲ ਮਿਲਾਪ ਪ੍ਰੇਮ ਜੁੜਨਾ ਭਾਈ ਲੋਚਣਾ ਚਾਹੀਦਾ ਹੈ। ਕਿਉਂਕਿ ਖਾਲਸਾ ਜੀ ਜੁੜ ਜਾਣਾ ਜ਼ਿੰਦਗੀ ਹੈ। ਪੱਤੇ ਵਿੱਚ ਹਰੇ ਬਾਈ ਉਹਨਾਂ ਸਮਾਂ ਹੀ ਹੈ ਜਿੰਨਾ ਸਮਾਂ ਖਾਲਸਾ ਜੀ ਟਹਿਣੀ ਨਾਲ ਜੁੜਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖਾਲਸਾ ਜੀ ਸਾਡੇ ਵਾਸਤੇ ਬੋੜ ਦਾ ਬ੍ਰਿਛ ਹੈ। ਜਿਹੜੀ ਖਾਲਸਾ ਜੀ ਸੰਗਤ ਹੈ ਟਾਹਣੀ ਹੈ। ਸੰਗਤ ਵਿੱਚ ਜਿੰਨਾ ਸਮਾਂ ਜੁੜੇ ਹੈ ਉਹਨਾਂ ਸਮਾਂ ਖਾਲਸਾ ਜੀ ਵਕਾਰਾਂ ਰੂਪੀ ਜਿਹੜਾ ਸੋਕਾ ਨਹੀਂ ਪਾਉਂਦਾ, ਜੀਵ ਪੱਤੇ ਰੂਪ ਹੈ। ਇਸੇ ਪ੍ਰਕਾਰ ਫਿਰ ਜਦੇ ਹੀ ਖਾਲਸਾ ਜੀ ਪੱਤਾ ਟਾਹਣੀ ਤੇ ਟੁੱਟਿਆ, ਉਹਨੂੰ ਪੱਤਾ ਕੋਈ ਨਹੀਂ ਆਖਦਾ, ਕੱਖ ਬਣ ਜਾਂਦਾ ਹੈ। ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ,
ਟੈਂਦਾ ਟੈਂਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ। ਫਿਰ ਖਾਲਸਾ ਜੀ ਰੂੜੀਆਂ ਤੇ ਪੱਲੇ ਜਿਹੜੀਆਂ ਗੰਦੀਆਂ ਨਾਲੀਆਂ ਹੁੰਦੀਆਂ, ਜਿਹੜਾ ਇਹ ਪੱਤਾ ਹੁੰਦਾ ਹੈ, ਜਿੱਧਰ ਨੂੰ ਹਵਾ ਜਾਂਦੀ ਹੈ ਉਧਰ ਹੀ ਇਹ ਖਾਲਸਾ ਜੀ ਪੱਤਾ ਉੱਡਦਾ ਹੈ। ਫਿਰ ਵਿਸ਼ਈ ਪੁਰਸ਼ ਖਾਲਸਾ ਜੀ ਕੀ ਹੈ? ਸੰਗਤ ਤੋਂ ਟੁੱਟੇ ਹੋਏ ਉਹ ਟਾਹਣੀ ਦੇ ਟੁੱਟੇ ਹੋਏ ਪੱਤੇ ਦੇ ਸਦਰਸ ਹੈ। ਸੰਗਤ ਰੂਪ ਟਾਹਣੀ ਤੋਂ ਟੁੱਟਿਆ ਜਦੇ ਜੀਵ ਖਾਲਸਾ ਜੀ ਸੁੱਕੇ ਪੱਤੇ ਦੀ ਨਿਆਈ ਹੈ। ਫਿਰ ਜਿੱਧਰ ਨੂੰ ਮਨ ਦੀ ਵਾਸ਼ਨਾ ਰੂਪ ਹਵਾ ਖਾਲਸਾ ਜੀ ਲਿਜਾਂਦੀ ਹੈ ਉਧਰ ਹੀ ਰੂੜੀ ਕੀ ਖਾਲਸਾ ਜੀ, ਜਿਹੜਾ ਨਿੰਦਿਆ ਕਰਨ ਰੂਪੀ ਵਿਸ਼ੇ ਭੋਗਣ ਰੂਪੀ ਰੂੜੀਆਂ ਗੰਦੀਆਂ ਨਾਲੀਆਂ ਵਿੱਚ ਜੀਵ ਰੂਪ ਸੁੱਕਾ ਪੱਤਾ ਸੰਗਤ ਤੋਂ ਟੁੱਟਿਆ ਹੋਇਆ ਫਿਰ ਖਾਲਸਾ ਜੀ ਨੂੰ ਭਟਕਦਾ ਹੈ। ਤੋ ਇਹੋ ਜੀ ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਖਾਲਸਾ ਜੀ ਉਹ ਪਰਮੇਸ਼ਰ ਵੱਡਾ ਹੈ, ਉਹਦੇ ਅੱਗੇ ਸਾਰੇ ਨਿਵਦੇ ਆ। ਅਥਵਾ ਖਾਲਸਾ ਜੀ ਇਹਦਾ ਇਉਂ ਵੀ ਅਰਥ ਸਮਝਣਾ ਕਰੀਏ, ਸਾਧ ਸੰਗਤ ਜੀ, ਜੇਠ ਕੀ ਹੈ? ਖਾਲਸਾ ਜੀ ਵੈਰਾਗ। ਹਰੀ ਪਰਮੇਸ਼ਰ ਨਾਲ ਜੇ ਜੁੜਨ ਦਾ ਲੋੜੀ ਹੈ, ਜਿਹਦੇ ਅੱਗੇ ਸਾਰੇ ਨਿਵਦੇ ਆ ਖਾਲਸਾ ਜੀ, ਤਾਂ ਕੀ ਚਾਹੀਏ? ਖਾਲਸਾ ਜੀ ਜੇਸ਼ਟ ਵੱਡਾ ਵੈਰਾਗ ਖਾਲਸਾ ਜੀ 9 ਪ੍ਰਕਾਰ ਦਾ ਮੰਦ ਵੈਰਾਗ ਹੈ। ਘਰੋਂ ਲੜ ਕੇ ਚਲਾ ਗਿਆ ਤੇ ਹਜੂਰ ਸਾਹਿਬ ਜਾਂ ਕਿਸੇ ਗੁਰਧਾਮ ਨੂੰ ਚਲਾ ਗਿਆ ਲੜ ਕੇ, ਕੁਝ ਸਮਾਂ ਉੱਥੇ ਰਿਹਾ, ਖਰੇ ਕੋਈ ਮਨਾਉਣ ਆਵੇਗਾ, ਕੋਈ ਮਗਰ ਨਹੀਂ ਆਇਆ। ਉੱਥੋਂ ਫਿਰ ਆ ਵੀ ਕਿਤੇ ਰਿਸ਼ਤੇਦਾਰੀਆਂ ਵਿੱਚ ਤੁਰਿਆ ਫਿਰਦਾ, ਵੀ ਖਰੇ ਉਹ ਰਿਸ਼ਤੇਦਾਰਾਂ ਨੂੰ ਫਿਰ ਵਿੱਚ ਪਾਉਂਦਾ ਵੀ ਮੇਰੀ ਘਰੇ ਸੁਲਾਹ ਕਰਾ ਦਿਓ, ਮੈਂ ਘਰੋਂ ਲੜ ਕੇ ਆਇਆ, ਆਪ ਹੀ ਖਾਲਸਾ ਜੀ ਘਰੇ ਮੁੜ ਜਾਣਾ। ਇਹ ਮੰਦ ਵੈਰਾਗ ਹੈ। ਤੋ ਇਹਨੂੰ ਗਧਾ ਵੈਰਾਗ ਵੀ ਆਂਦੇ ਆ। ਗਧਾ ਘਰੋਂ ਕੁੱਟਿਆ ਘੁਮਿਆਰ ਨੇ, ਉਹ ਵੈਰਾਗ ਦਾ ਮਾਰਿਆ, ਕਹਿੰਦਾ ਹੁਣ ਨਹੀਂ ਇੱਥੇ ਰਹਿਣਾ, ਚਲਾ ਗਿਆ। ਕੁਝ ਸਮੇਂ ਬਾਅਦ ਖਾਲਸਾ ਜੀ ਦਾ ਬਾਹਰ ਕਿਸੇ ਪੁੱਛਿਆ ਨਾ, ਤਦੇ ਗਧਾ ਖਾਲਸਾ ਜੀ ਫੇਰ ਘੁਮਿਆਰ ਦੇ ਆਣ ਬੂਹੇ ਅੱਗੇ ਹਿਣਕਦਾ। ਉਹ ਗਧਾ ਵੈਰਾਗ ਵੈ ਜੇ ਖਾਲਸਾ ਜੀ ਇੱਥੇ ਗੁਰੂ ਘਰ ਕਦੇ ਵੈਰਾਗ ਆਇਆ ਮਨ ਵਿੱਚ ਮਾਸਾ, ਮਣਾ ਆਖੇ ਸੰਸਾਰ ਵਿੱਚੋਂ ਕੀ ਲੈਣਾ, ਸੰਸਾਰ ਸਭ ਝੂਠਾ ਹੈ। ਧੀਆਂ ਪੁੱਤਾਂ ਦਾ ਖਾਲਸਾ ਜੀ ਤੰਗ ਕੀਤਾ, ਫਿਰ ਗੁਰੂ ਘਰ ਨੂੰ ਭੱਜਦਾ। ਉਹ 5-7 ਦਿਨ 10 ਦਿਨ ਫਿਰ ਖਾਲਸਾ ਜੀ ਇੱਥੇ ਗੁਰੂ ਘਰ ਬੜੀ ਸੇਵਾ ਕਰਦਾ ਹੈ, ਕਥਾ ਸੁਣਦਾ, ਕੀਰਤਨ ਸੁਣਦਾ ਹੈ। ਫਿਰ ਖਾਲਸਾ ਜੀ ਉਹ ਗਧੇ ਦੀ ਨਿਆਈ ਉਹ ਸੰਗਤ ਵਿੱਚ ਕੇਰਾਂ ਤਾਂ ਆ ਗਿਆ, ਔਰ ਫਿਰ ਉਹ ਜਾ ਕੇ ਘਰ ਦੇ ਮੋਹ ਦੇ ਕਿੱਲੇ ਦੇ ਨਾਲ ਉੱਥੇ ਹੀ ਉਹ ਘੁਮਿਆਰਾਂ ਦੇ ਗਧੇ ਵਾਂਗ ਫਿਰ ਜਾ ਵੱਜਾ। ਫਿਰ ਸਾਰੀ ਮਰੋਹੀ ਖਾਲਸਾ ਜੀ ਭਾਰ ਬਾਹਕ ਖੋਤੇ ਦੀ ਨਿਆਈ ਸਾਰੀ ਉਮਰ ਹੀ ਖਾਲਸਾ ਜੀ ਫਿਰ ਉਹ ਭਾਰ ਢੋਇਆ ਧੀਆਂ ਪੁੱਤਾਂ ਦਾ। ਫਿਰ ਖਾਲਸਾ ਜੀ ਅੱਗੇ ਕਾਰਨ ਵੈਰਾਗ ਹੈ, ਜਿਹੜਾ ਭਰਤਰੀ ਨੂੰ ਆਇਆ ਰਾਣੀ ਦੇ ਵਿਭਚਾਰੀ ਹੋਣ ਕਰਕੇ। ਇਸੇ ਪ੍ਰਕਾਰ ਖਾਲਸਾ ਜੀ ਵਿਤਰੇਕ ਵੈਰਾਗ ਹੈ, ਇੱਕ ਇੰਦਰੇ ਵੈਰਾਗ ਹੈ। 9 ਪ੍ਰਕਾਰ ਦੇ ਵੈਰਾਗ ਚੋਂ ਸਭ ਤੋਂ ਸ਼੍ਰੇਸ਼ਟ ਖਾਲਸਾ ਜੀ ਤਰਤਮ ਤੀਬਰ ਵੈਰਾਗ ਹੈ। ਇਹ ਮਹਾਰਾਜ ਕਿਰਪਾ ਕਰਦੇ ਵੇ ਹਰ ਜੇਠ ਹਰੀ ਪਰਮੇਸ਼ਰ ਨਾਲ ਜੇ ਜੁੜਨ ਦਾ ਲੋੜੀ ਹੈ, ਜੁੜਨਾ ਲੋਚਦਾ ਹੈ ਨਾ, ਤੇ ਫਿਰ ਕੀ ਕਰ? ਖਾਲਸਾ ਜੀ ਤਰਤਮ ਤੀਬਰ ਵੈਰਾਗ ਧਾਰਨ ਕਰ, ਜਿਹੜਾ ਖਾਲਸਾ ਜੀ ਮੁੜ ਕੇ ਇੱਕ ਵਾਰੀ ਪਰਮੇਸ਼ਰ ਨਾਲ ਜਿਹੜੀ ਵੈ ਉਹ ਪ੍ਰੀਤ ਐਸੀ ਬਣੇ, ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਣੀ। ਇੱਕ ਵਾਰੀ ਇਹੋ ਜੀ ਪ੍ਰੀਤ ਸੱਚੇ ਪਾਤਸ਼ਾਹ ਪ੍ਰੇਮ ਦੇ ਸਹਿਤ ਇੰਨੀ ਪ੍ਰੀਤ ਬਣੀ ਵੈ ਪਰਮੇਸ਼ਰ ਦੇ ਨਾਲ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਣੀ। ਇਹੋ ਜੀ ਪਰਮੇਸ਼ਰ ਨਾਲ ਪ੍ਰੀਤ, ਜਿਵੇਂ ਖਾਲਸਾ ਜੀ ਕੈਸੀ ਪ੍ਰੀਤ, ਜਿਹੋ ਜੀ ਸਾਧ ਸੰਗਤ ਜੀ ਪਾਣੀ ਦੀ ਦੁੱਧ ਦੀ ਪਾਣੀ ਨਾਲ ਹੈ, ਜਾਂ ਜਲ ਦੀ ਦੁੱਧ ਨਾਲ ਹੈ। ਰੇ ਮਨ ਹਰ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਨ ਆਪੇ ਖਵਾ ਦੁੱਧ ਕੋ ਖਪਣ ਨਾ ਦੇ। ਦੁੱਧ ਖਾਲਸਾ ਜੀ ਚੁੱਲ੍ਹੇ ਤੇ ਰੱਖੋ, ਅੱਗ ਬਾਲੋ, ਕਿੰਨਾ ਸਮਾਂ ਦੁੱਧ ਉਬਲਦਾ ਨਹੀਂ ਜਿੰਨਾ ਸਮਾਂ ਦੁੱਧ ਵਿੱਚ ਪਾਣੀ ਹੁੰਦਾ ਹੈ। ਜਦੋਂ ਹੀ ਸਾਧ ਸੰਗਤ ਜੀ ਪਾਣੀ ਭਾਫ ਬਣ ਕੇ ਉੱਡਿਆ ਨਹੀਂ ਤੇ ਦੁੱਧ ਉਸੇ ਵੇਲੇ ਖਾਲਸਾ ਜੀ ਉਬਾਲਾ ਖਾ ਕੇ ਚੁੱਲ੍ਹੇ 'ਚ ਪੈ ਸੜ ਜਾਂਦਾ ਜਾਂ ਭਾਂਡੇ ਵਿੱਚ ਸੜ ਜਾਂਦਾ ਹੈ। ਕਿੰਨਾ ਸਮਾਂ ਪਾਣੀ ਦੀ ਇੰਨੀ ਪ੍ਰੀਤ ਦੁੱਧ ਨਾਲ, ਉਹਨਾਂ ਸਮਾਂ ਖਾਲਸਾ ਜੀ ਦੁੱਧ ਨੂੰ ਉਬਾਲਾ ਨਹੀਂ ਆਉਣ ਦਿੱਤਾ, ਪਹਿਲਾਂ ਆਪ ਸੜਿਆ। ਦੁੱਧ ਕੌਖਾ ਬਣ ਨਾ ਦੇ, ਦੁੱਧ ਨਹੀਂ ਸੜਨ ਦਿੱਤਾ, ਪਾਣੀ ਸੜਿਆ, ਫਿਰ ਖਾਲਸਾ ਜੀ ਦੁੱਧ ਨੂੰ ਉਬਾਲਾ ਆਇਆ। ਦੁੱਧ ਵੀ ਖਾਲਸਾ ਜੀ ਜਦੋਂ ਹੀ ਫਿਰ ਉਹ ਉਬਾਲਾ ਆਇਆ ਤੇ ਉਹ ਭਾਂਡੇ ਵਿੱਚ ਨਹੀਂ ਰਹਿੰਦਾ, ਕਹਿੰਦਾ ਹੁਣ ਪਾਣੀ ਨਹੀਂ ਰਿਹਾ, ਕਿਉਂਕਿ ਪ੍ਰੇਮ ਹੈ ਨਾ। ਜਦੇ ਪਾਣੀ ਨਹੀਂ ਰਿਹਾ ਫਿਰ ਭਾਂਡੇ ਵਿੱਚ ਰਹਿ ਕੇ ਮੈਂ ਕੀ ਕਰਨਾ ਵਾ, ਤਦੇ ਹੀ ਖਾਲਸਾ ਜੀ ਉਹ ਵਾਲਾ ਜਿਹਾ ਖਾ ਕੇ ਝੱਟ ਚੁੱਲ੍ਹੇ ਵਿੱਚ ਪੈਂਦਾ ਹੈ। ਕਿਉਂ ਪੈਂਦਾ? ਕਿਉਂਕਿ ਜਾਣਦਾ ਹੈ ਜੇ ਮੈਂ ਇੱਥੇ ਇਸ ਭਾਂਡੇ ਵਿੱਚ ਰਹਿ ਗਿਆ ਤੇ ਮੈਨੂੰ ਦੁੱਧ ਕਿਸੇ ਨਹੀਂ ਆਖਣਾ, ਸਾਰਾ ਕਹਿਣਾ ਦੁੱਧ ਨੇ ਆਪਣਾ ਆਪ ਖੋਆ ਕਹੀਏ ਗਵਾ ਲਿਆ ਹੈ। ਤਦੇ ਖਾਲਸਾ ਜੀ ਦੁੱਧ ਨੂੰ ਖੋਆ ਕਹਿ ਦਿੰਦੇ ਆ। ਖੋਆ ਕੀ ਆ? ਖਾਲਸਾ ਜੀ ਦੁੱਧ ਨੇ ਖੋਆ ਆਪਦਾ ਆਪ ਖੋ ਦਿੱਤਾ, ਆਪਦਾ ਰੂਪ ਗਵਾ ਦਿੱਤਾ। ਗਵਾਚੇ ਹੋਏ ਨੂੰ ਖਾਲਸਾ ਜੀ ਕਹਿੰਦੇ ਫਲਾਣਾ ਖੋ ਗਿਆ। ਉਹ ਖੋ ਕੀ? ਖਾਲਸਾ ਜੀ ਦੁੱਧ ਖੋ ਗਿਆ, ਖੋਆ ਬਣ ਗਿਆ। ਤੋ ਤਦੇ ਹੀ ਖਾਲਸਾ ਜੀ ਪ੍ਰੇਮ ਇੰਨਾ ਵਾ, ਜਿੰਨਾ ਸਮਾਂ ਪਾਣੀ ਆ ਦੁੱਧ ਵਿੱਚ ਉਹਨਾਂ ਸਮਾਂ ਉਬਾਲਾ ਨਹੀਂ ਆਉਂਦਾ।
ਇੰਨੀ ਖਾਲਸਾ ਜੀ ਪਰਮੇਸ਼ਰ ਦੇ ਨਾਲ ਪ੍ਰੀਤੀ ਚਾਹੀਏ ਸਿੱਖ ਦੀ। ਤੋ ਇਹ ਪ੍ਰੀਤੀ ਕਿਵੇਂ ਖਾਲਸਾ ਜੀ? ਮਾਇਆ ਵਿੱਚ ਵੱਡਾ ਵਿਗਣ ਹੈ। ਪਰਮੇਸ਼ਰ ਦੇ ਵਿੱਚ ਪ੍ਰੇਮ, ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਵਿੱਚ ਸਭ ਤੋਂ ਵੱਡਾ ਖਾਲਸਾ ਜੀ ਵਿਗਣ ਮਾਇਆ ਪਾਉਂਦੀ ਹੈ। ਤੋ ਮਾਇਆ ਕਿਵੇਂ ਛੁੱਟਦੀ ਹੈ? ਮਹਾਰਾਜ ਕਹਿੰਦੇ ਬਿਨ ਵੈਰਾਗ ਨਾ ਛੂਟ ਸਮਾਇਆ। ਵੈਰਾਗ ਤੋਂ ਬਿਨਾ ਖਾਲਸਾ ਜੀ ਕਦੇ ਮਾਇਆ ਛੁੱਟੇਗੀ ਨਹੀਂ। ਚਾਹੇ 100 ਸਾਲ ਵਰੇ ਉਮਰ ਕੋਈ ਖਾਲਸਾ ਜੀ ਘਰ ਦੇ ਬਾਹਰ ਘਰ ਵੀ ਛੱਡ ਦੇਵੇ, ਜਿੰਨੇ ਮਰਜੀ ਗ੍ਰਹਿ ਤਜ ਬਣਖੰਡ ਖਾਈ ਗ੍ਰਹਿ ਤਜ ਬਣਖੰਡ ਜਾਈਏ ਚੁਣ ਖਾਈਏ ਕੰਧਾ ਜਹੂ ਵਿਕਾਰ ਨ ਛੋਡੇ ਪਾਪੀ ਮਨ ਮੰਦਾ। ਕਿੱਥੇ ਖਾਲਸਾ ਜੀ ਮਨ ਜਿਹੜਾ ਵਾ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਕਿੱਥੇ ਖਾਲਸਾ ਜੀ ਮਨ ਵਸ ਵਿੱਚ ਆਉਂਦਾ ਵਾ, ਕਿਤੇ ਘਰ ਛੱਡਿਆ ਤਦੇ ਹੀ ਖਾਲਸਾ ਜੀ ਵਸ ਵਿੱਚ ਆਉਂਦਾ। ਜਿਹਦੇ ਘਰ ਵਿੱਚ ਰਹਿੰਦਿਆਂ ਹੋਏ ਖਾਲਸਾ ਜੀ ਵਿਰਾਗ ਧਾਰਨ ਕਰੇ। ਵਿਰਾਗ ਵੀ ਕਿਹੜਾ ਖਾਲਸਾ ਜੀ? ਤਰਤਮ ਤੀਬਰ ਵੈਰਾਗ ਹੋਵੇ, ਪਰਮੇਸ਼ਰ ਦੇ ਨਾਲ ਐਡੀ ਪ੍ਰੇਮ ਹੋਵੇ ਖਾਲਸਾ ਜੀ। ਜਿਵੇਂ ਉਹ ਭਗਤ ਨਾਮਦੇਵ ਜੀਆਂ ਦਾ ਪ੍ਰਸੰਗ ਆਉਂਦਾ ਵਾ। ਭਗਤ ਨਾਮਦੇਵ ਜੀਆਂ ਨੂੰ ਜਦੇ ਖਾਲਸਾ ਜੀ ਬਾਦਸ਼ਾਹ ਨੇ ਬੰਨਿਆ, ਮਾਰਨ ਲੱਗੇ, ਹਾਥੀ ਥੱਲੇ ਸੁੱਟਣ ਲੱਗੇ ਤੇ ਨਾਮਦੇਵ ਜੀ ਭਗਤ ਦੀ ਮਾਤਾ ਆ ਕੇ ਕਹਿੰਦੀ ਜੀ ਅਖੇ ਨਾਮਦੇਵ ਲੱਕੀ ਫਰਕ ਪੈਣ ਲੱਗਾ ਏ। ਕਹਿੰਦੇ ਅੱਲਾ ਕਹਿ ਦੇ ਤੇ ਤੂੰ ਜ਼ਰੂਰੀ ਰਾਮ ਰਾਮ ਕਰਨਾ, ਪਰਮੇਸ਼ਰ ਦਾ ਨਾਮ ਹੀ ਧਿਆਉਣਾ, ਤੂੰ ਰਾਮ ਨਾ ਕਹਿ ਤੇ ਅੱਲਾ ਕਹਿ ਦੇ। ਉਸੇ ਵੇਲੇ ਖਾਲਸਾ ਜੀ ਬਚਨ ਕਹੇ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਮਾਤਾ ਮੈਂ ਤੇਰਾ ਪੁੱਤ ਨਹੀਂ, ਤੂੰ ਮੇਰੀ ਮਾਂ ਨਹੀਂ ਜਿਹੜੀ ਮੈਨੂੰ ਪਰਮੇਸ਼ਰ ਦੇ ਨਾਮ ਤੋਂ ਤੋੜਦੀ ਆ। ਪਿੰਡ ਪੜੈ ਤੋ ਹਰ ਗੁਣ ਗਾਏ। ਮੇਰਾ ਸਰੀਰ ਪੜੈ ਕਹੀਏ ਫਿੱਟ ਜਾਵੇ, ਨਾਸ਼ ਹੋ ਜਾਵੇ ਤਾਂ ਵੀ ਤੋ ਹਰ ਗੁਣ ਗਾਏ। ਮੈਂ ਹਰੀ ਪਰਮੇਸ਼ਰ ਦੇ ਗੁਣ ਗਾਉਣੇ ਨਹੀਂ ਛੱਡਾਂਗਾ। ਐਡੀ ਖਾਲਸਾ ਜੀ, ਖਾਲਸਾ ਜੀ ਪ੍ਰੀਤ ਪ੍ਰੇਮ ਦਾ ਬੰਧਨ ਹੈ। ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ। ਤੋ ਇਹ ਗਰੀਬ ਨਵਾਜ ਕਿਰਪਾ ਕਰਦੇ ਵੈ। ਤਰਤਮ ਤੀਬਰ ਵੈਰਾਗ ਜਿਹੜਾ ਸ਼੍ਰੇਸ਼ਟ ਹੈ, ਇਹ ਜੇਠ ਕਹੀਏ ਸਾਰੇ ਵੈਰਾਗ ਤੋਂ ਖਾਲਸਾ ਜੀ ਵੱਡਾ ਵੈਰਾਗ ਹੈ। ਜੇ ਪ੍ਰਭੂ ਪਰਮੇਸ਼ਰ ਨਾਲ ਜੁੜਨਾ ਹੈ ਬਿਨ ਵੈਰਾਗ ਨਾ ਛੂਟ ਸਮਾਇਆ। ਹਰੀ ਪਰਮੇਸ਼ਰ ਦਾ ਜਿਹੜਾ ਵਾ ਉਹ ਨਾਲ ਜੁੜਨ ਵਾਸਤੇ ਮਾਇਆ ਤੋਂ ਵੈਰਾਗ ਜ਼ਰੂਰੀ ਹੈ। ਉਹ ਕਿਹੜਾ ਤਰਤਮ ਤੀਬਰ ਵੈਰਾਗ, ਇਹ ਖਾਲਸਾ ਜੀ ਧਾਰਨ ਕਰਨਾ ਚਾਹੀਏ। ਤੋ ਜਿਸ ਅੱਗੇ ਸਭ ਨਿਮਨ, ਜਿਸ ਖਾਲਸਾ ਜੀ ਪਰਮੇਸ਼ਰ ਅੱਗੇ ਸਾਰੇ ਨਿਵਦੇ ਆ। ਇਹਦੇ ਨਾਲ ਫੇਰ ਜਾ ਕਰਕੇ ਕਿਤੇ ਜੋੜ ਪੈਂਦਾ ਵੈ, ਫਿਰ ਪਰਮੇਸ਼ਰ ਦੇ ਨਾਲ ਬਣ ਆਵੇਗੀ। ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇ ਬੰਨ। ਤੋ ਗਰੀਬ ਨਵਾਜ ਕਿਰਪਾ ਕਰਦੇ ਆ। ਜਿਹੜਾ ਭਾਈ ਗੁਰਸਿੱਖ ਜੀਵ ਹਰੀ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਸੱਜਣ ਸੁਆਮੀ ਪਰਮੇਸ਼ਰ ਦੇ ਦਾਵਣ ਖਾਲਸਾ ਜੀ ਪੱਲੇ ਨੂੰ ਕਹਿੰਦੇ ਆ। ਜਿਹੜਾ ਪਰਮੇਸ਼ਰ ਦੇ ਪੱਲੇ ਲੱਗਿਆ ਕਿਸੇ ਨਾ ਦੇਈ ਬੰਨ, ਉਹ ਖਾਲਸਾ ਜੀ ਉਹ ਕਿਸੇ ਦਾ ਵੀ ਬੰਨਿਆ ਨਹੀਂ ਫਿਰ ਰਹਿਣ ਦਿੰਦਾ, ਕਿਸੇ ਬੰਧਨ ਵਿੱਚ ਬੰਨਿਆ ਨਹੀਂ ਪਰਮੇਸ਼ਰ ਉਹਨੂੰ ਰਹਿਣ ਦਿੰਦਾ। ਚੋਰ ਖਾਲਸਾ ਜੀ ਭੱਜਦਾ, ਚੋਰ ਲੁਕੇਗਾ ਕਿੱਥੇ? ਉੱਥੇ ਲੁਕੇਗਾ ਜਿਹੜਾ ਉਹਨੂੰ ਸ਼ਰਨ ਦੇਵੇ। ਜਿਹਨੇ ਖਾਲਸਾ ਜੀ ਚੋਰ ਨੂੰ ਫੜ ਕੇ ਤੇ ਅਗਾਂ ਪੁਲਿਸ ਨੂੰ ਜਾਂ ਕਿਸੇ ਉਹ ਸੈਣਾ ਨੂੰ ਫੜਾ ਦੇਣਾ ਵਾ, ਰਾਜੇ ਨੂੰ ਫੜਾ ਦੇਣਾ, ਚੋਰ ਉੱਥੇ ਨਹੀਂ ਕਦੇ ਭੱਜ ਕੇ ਜਾਏਗਾ। ਚੋਰ ਭੱਜ ਕੇ ਜਾਂਦਾ ਹੀ ਉੱਥੇ ਵਾ ਜਿੱਥੇ ਖਾਲਸਾ ਜੀ ਨੂੰ ਸ਼ਰਨ ਮਿਲੇ। ਤੋ ਇਸੇ ਤਰ੍ਹਾਂ ਖਾਲਸਾ ਜੀ ਸੇ ਤਸਕਰ ਜੇ ਨਾਮ ਨਾ ਲੇਵੇ। ਆਪਾਂ ਸਾਰੇ ਹੀ ਚੋਰ ਆ, ਨਾਮ ਨਹੀਂ ਜਪਦੇ। ਸਤਿਗੁਰਾਂ ਦੀ ਬਾਣੀ ਦਾ ਇਹ ਪਾਵਨ ਫਰਮਾਨ ਹੈ, ਸੇ ਤਸਕਰ ਜੇ ਨਾਮ ਨਾ ਲੇਵੇ। ਆਪਾਂ ਜਿੰਨੇ ਖਾਲਸਾ ਜੀ ਸਾਰੇ ਨਾਮ ਤੋਂ ਸਖਣੇ, ਸਾਰੇ ਹੀ ਆਪਾਂ ਨਾਮ ਨਹੀਂ ਜਪਦੇ, ਚਿੱਤ ਚਰਾਉਂਦੇ ਆ, ਕਿਰਤ ਕਣ ਤੇ ਚੋਰ ਹਾਂ। ਤੇ ਫਿਰ ਚੋਰ ਖਾਲਸਾ ਜੀ ਭੱਜ ਕੇ ਕਿੱਥੇ ਜਾਵੇ? ਹਰ ਸੱਜਣ ਦਾਵਣ ਲੱਗਿਆ। ਹਰੀ ਪਰਮੇਸ਼ਰ ਦੇ ਖਾਲਸਾ ਜੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਸਤ ਸੰਗਤ ਹੈ ਖਾਲਸਾ ਜੀ, ਜਿਹੜੀ ਸਾਡੇ ਵਾਸਤੇ ਦਾਵਣ ਕਹੀਏ ਪੱਲੇ ਦੇ ਸਦਰਸ ਹੈ। ਕਿਸੇ ਨਾ ਦੇਈ ਬੰਨ। ਫਿਰ ਜਿਵੇਂ ਖਾਲਸਾ ਜੀ ਕੋਈ ਉਹ ਚੋਰ ਨੂੰ ਫੜ ਕੇ ਕਿਸੇ ਫੌਜਦਾਰ ਨੂੰ ਫੜਾ ਦੇਵੇ, ਇਹ ਖਾਲਸਾ ਜੀ ਫੌਜ ਕੀ ਵੈ? ਉਹ ਖਾਲਸਾ ਜੀ ਜਮ ਹਨ। ਜਮਾਂ ਨੂੰ ਕਿਸੇ ਨਾ ਦੇਈ ਬੰਨ। ਪਰਮੇਸ਼ਰ ਦੇ ਜਿਹੜਾ ਖਾਲਸਾ ਜੀ ਸੰਗਤ ਰੂਪ ਚਰਨੀ ਸ਼ਰਨੀ ਪਿਆ, ਫੇਰ ਨਾ ਖਾਲਸਾ ਜੀ ਪਰਮੇਸ਼ਰ ਨੂੰ ਕਦੇ ਜਮਾਂ ਦੇ ਵਸ ਪਾਉਣ। ਕਿਸੇ ਨਾ ਦੇਈ ਬੰਨ। ਅਥਵਾ ਜਿਹੜੇ ਖਾਲਸਾ ਜੀ ਜੰਮਣ ਮਰਨ ਦੇ ਆ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜੰਮ ਜੰਮ ਕੇ ਮਰਨ ਦੀ ਜਿਹੜੀ ਵਾ ਇਹ ਅਪਵਾਦ ਬਣਿਆ ਹੋਇਆ ਪ੍ਰਸੰਗ, ਇਹ ਖਾਲਸਾ ਜੀ ਤੋੜ ਦਿੰਦੇ ਆ। ਪ੍ਰਤੱਖ ਤੌਰ ਤੇ ਵੀ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਰਾਏ ਮਹਾਰਾਜ ਜੀਆਂ 52 ਰਾਜੇ ਛੜਾਏ।
ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪੂਨੇ 17 ਦੀ ਜੇਲ੍ਹ ਚੋਂ ਖਾਲਸਾ ਜੀ ਬਾਲਾ ਰਾਓ ਤੇ ਰੁਸਤਮ ਰਾਓ ਦੀ ਖਾਲਸਾ ਜੀ ਰਿਹਾਈ ਕਰਾਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਇਹ ਖਾਲਸਾ ਜੀ ਬੰਧਨ ਤੋੜਨ ਵਾਲਾ ਨਿਰਵੈਰ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਰਾਏ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਹਨ। ਐਸੇ ਹਰੀ ਪਰਮੇਸ਼ਰ ਦੇ ਭਾਈ ਦਾਵਣ ਪੱਲੇ ਨਾਲ ਲੱਗ ਜਾਈਏ, ਕਿਸੇ ਨਾ ਦੇਈ ਬੰਨ, ਫਿਰ ਬੌੜੋ ਭਾਈ ਫੇਰ ਨਹੀਂ ਕਦੇ ਇਹ ਬੰਧਨਾਂ ਵਿੱਚ ਪਰਮੇਸ਼ਰ ਪੈਣ ਦੇਵੇਗਾ। ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। हे ਗੁਰਸਿੱਖੋ ਭਾਈ, ਇਹ ਨਾਮ ਦੀ ਮਹਿਮਾ ਹੈ। ਨਾਮ ਸਾਧ ਸੰਗ ਜੀ ਮਾਨਕ ਹੈ, ਨਾਮ ਸਾਧ ਸੰਗ ਜੀ ਮੋਤੀ ਹੈ। ਤੋ ਪ੍ਰਭੂ ਪਰਮੇਸ਼ਰ ਦਾ ਨਾਮ ਮੋਤੀ ਹੈ, ਮਾਨਕ ਹੈ, ਅਮੋਲਕ ਹੈ। ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਪਰਮੇਸ਼ਰ ਦਾ ਪ੍ਰਭੂ ਦਾ ਨਾਮ ਹੈ। ਜਿਨ੍ਹਾਂ ਨੇ ਖਾਲਸਾ ਜੀ, ਜਿਨ੍ਹਾਂ ਦੇ ਪਾਸ ਨਾਮ ਧਨ ਹੈ, ਉਨ ਲੱਗੈ ਨਾਹੀ ਸੰਨ। ਆ ਸੰਸਾਰ ਦਾ ਧਨ ਜਿਹੜਾ ਵਾ ਇਹ ਤ੍ਰੈ ਕਾਲ ਖਾਲਸਾ ਜੀ ਦੁੱਖ ਰੂਪ ਹੈ। ਜਦੋਂ ਕਮਾਉਣੇ ਆ ਫਿਰ ਦਿਹਾੜੀ ਕਰਦਾ ਕੋਈ ਖਾਲਸਾ ਜੀ ਡਿਊਟੀਆਂ ਤੇ, ਰਾਤ ਨੂੰ ਜਾਗ ਜਾਗ ਜ਼ਿਮੀਂਦਾਰ ਪਾਣੀ ਲਾਉਂਦੇ ਵਾ। ਧਨ ਕਮਾਉਣ ਵਾਸਤੇ ਵੀ ਖਾਲਸਾ ਜੀ ਦੁੱਖ ਹੈ। ਜਦੋਂ ਕਮਾ ਕੇ ਪਾਸ ਆ ਗਿਆ ਫਿਰ ਖਾਲਸਾ ਜੀ ਰੱਖਣ ਦਾ, ਰੱਖਿਆ ਦਾ ਫਿਕਰ ਪੈਂਦਾ ਵਾ, ਕਿਤੇ ਹਾਏ ਚੋਰੀ ਨਾ ਹੋ ਜਾਵੇ। ਜੇ ਚੋਰੀ ਹੋ ਗਿਆ ਤਾਂ ਜਾਏ ਤਾਂ ਪ੍ਰਾਣ ਸਮੇਤ। ਜਦੇ ਖਾਲਸਾ ਜੀ ਜਾਂਦਾ ਫਿਰ ਨਾਲ ਉਹ ਕਈ ਹਾਰਟ ਅਟੈਕ ਵਗੈਰਾ ਹੋ ਫਿਰ ਮਰਦੇ ਵਾ। ਉਹ ਜਾਏ ਤੋਂ ਪ੍ਰਾਣ ਸਮੇਤ ਨਾਲ ਹੀ ਜਦੋਂ ਮਰਦੇ, ਕੋਈ ਚੋਰੀ ਹੁੰਦੀ ਵਾ ਫਿਰ ਖਾਲਸਾ ਜੀ ਨਾਲ ਹੀ ਧਨ ਦੇ ਨਾਲ ਹੀ ਸਵਾਸ ਲੈ ਜਾਂਦਾ ਹੈ। ਪਰ ਇਹ ਨਾਮ ਧਨ ਖਾਲਸਾ ਜੀ, ਕਿਉਂਕਿ ਕਾਚਾ ਧਨ ਸੰਚੈ ਮੂਰਖ ਗਾਵਾਰ। ਮੂਰਖ ਲੋਕ ਖਾਲਸਾ ਜੀ ਸੰਸਾਰੀ ਮਾਇਆ ਜਿਹੜੀ ਵਾ ਇਕੱਠੀ ਕਰਦੇ ਵਾ। ਗੁਰਮੁਖ ਜਿਹੜੇ ਵਾ ਉਹ ਸਾਧ ਸੰਗਤ ਜੀ ਗੁਰਮੁਖ ਲਾਹਾ ਲੈ ਗਏ। ਲਾਹਾ ਕੀ ਖਾਲਸਾ ਜੀ ਨਾਮ ਇਕੱਠਾ ਕਰਦੇ। ਜਿੰਨੀ ਜੀਵਨ ਸਵਾਸ ਸਵਾਸ ਵਾਹਿਗੁਰੂ 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 ਵਾਹਿਗੁਰੂ, ਸਵਾਸ ਸਵਾਸ ਖਾਲਸਾ ਜੀ ਨਾਮ ਜਪ ਆਪਣਾ ਸਾਧ ਸੰਗਤ ਜੀ ਜੀਵਨ ਸਫਲਾ ਕਰਦੇ ਹਨ। ਤੋ ਜਿਨ੍ਹਾਂ ਨੇ ਨਾਮ ਧਨ ਕਤਰ ਕੀਤਾ, ਇੱਕ ਤਾਂ ਮਾਨਕ ਮੋਤੀਆਂ ਵਰਗਾ ਨਾਮ ਹੈ, ਦੂਜਾ ਖਾਲਸਾ ਜੀ ਲੱਗੈ ਨਾਹੀ ਸੰਨ। ਜਿਹੜਾ ਇਹ ਸੰਨ ਲਾਉਂਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਾਧ ਸੰਗ ਜੀ ਹੁਣ ਚੋਰ ਕਰਨ ਆਇਆ ਪੈਸਾ ਮਾਇਆ ਤਾਂ ਸੋਨਾ ਤਾਂ ਲੁੱਟ ਕੇ ਲਿਜਾ ਸਕਦਾ ਹੈ, ਪਰ ਦੱਸੋ ਤੁਹਾਡੇ ਹਿਰਦੇ ਚੋਂ ਚੋਰ ਸੰਨ ਲਾ ਕੇ ਨਾਮ ਕਿਵੇਂ ਲੈ ਜਾਵੇਗਾ? ਕਦੇ ਨਹੀਂ ਲੈ ਕੇ ਜਾ ਸਕਦਾ। ਇਹ ਤਾਂ ਖਾਲਸਾ ਜੀ ਅੰਤਲੇ ਸਮੇਂ ਵੀ ਜਿਹੜਾ ਨਾਲ ਨਿਭਣ ਵਾਲਾ ਉਹ ਸੱਚਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਸਾਇਆ ਨਾਮ ਹੈ, ਜਿਹੜਾ ਸਾਧ ਸੰਗਤ ਜੀ ਅੰਤਲੇ ਸਮੇਂ ਵੀ ਨਿਭੇਗਾ। ਜਿਹੜੇ ਮਹਾਰਾਜ ਕਿਰਪਾ ਕਰਦੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਜਿਹੜੇ ਖਾਲਸਾ ਜੀ ਪਖੰਡ ਸਹਿਤ ਆਪਾਂ ਕਰਮ ਧਰਮ ਕਰਦੇ ਆਂ, ਪਖੰਡ ਸਹਿਤ ਸੇਵਾ ਕਰਨੀ, ਦਾਨ ਦੇਣਾ, ਮਹਾਰਾਜ ਕਹਿੰਦੇ ਤਾਂ ਜਾਮ ਜਿਹੜੇ ਨਾ ਰਸਤੇ 'ਚ ਉਹਨਾਂ ਨੇ ਰਸਤੇ 'ਚ ਹੀ ਲੈ ਲੈਣੇ ਵਾ। ਲਿਆ ਤੈਨੂੰ ਜਲ ਛਕਾਈਏ, ਲਿਆ ਤੈਨੂੰ ਪ੍ਰਸ਼ਾਦਾ ਛਕਾਈਏ, ਕਿਉਂਕਿ ਜੇ ਮਾਰਗ ਕੇ ਗਨ ਜਾਹੇ ਨਾ ਕੋਸਾ। ਉਹ ਮਾਰਗ ਜਿਹੜਾ ਵਾ ਜਿੱਥੇ ਜੀਵ ਨੇ ਮਰ ਕੇ ਖਾਲਸਾ ਜੀ ਜਾਣਾ ਵਾ, ਉਹ ਬੜਾ ਦੁਸਤਰ ਮਾਰਗ ਹੈ, ਕਠਿਨ ਮਾਰਗ ਹੈ। ਫਿਰ ਜਿਹੜੇ ਆ ਕਰਮ ਧਰਮ ਕੀਤੇ ਹੁੰਦੇ ਖਾਲਸਾ ਜੀ ਉਹ ਤਾਂ ਰਾਹ 'ਚ ਹੀ ਰਹਿ ਜਾਂਦੇ। ਉਹ ਜਮ ਜਿਹੜੇ ਵਾ ਉਹ ਜਗਾਤੀ ਕਹਿੰਦੇ, ਜਿਹੜੇ ਟੈਕਸ ਵਸੂਲਦੇ ਆ, ਸੜਕਾਂ ਤੇ ਜਾਂਦੇ ਆ, ਆ ਜਿਹੜੇ ਆ ਟੂਲ ਟੈਕਸ ਲੱਗੇ, ਇਹਨਾਂ ਨੂੰ ਜਗਾਤੀ ਕਹਿੰਦੇ ਸੀ ਪਹਿਲੇ ਸਮਿਆਂ ਵਿੱਚ। ਲੰਘਣ ਦਾ ਕਿਰਾਇਆ ਵਸੂਲਦੇ। ਇਹ ਕਰਮ ਧਰਮ ਸੇਵਾ ਤਾਂ ਖਾਲਸਾ ਜੀ ਜਿਹੜੀ ਵਾ ਇਸੇ ਤਰ੍ਹਾਂ ਹੀ ਪਖੰਡ ਸਹਿਤ ਕੀਤੀ ਹੋਈ ਇੱਥੇ ਹੀ ਖਾਲਸਾ ਜੀ ਰਸਤੇ 'ਚ ਹੀ ਰਹਿ ਜਾਂਦੀ ਹੈ। ਫਿਰ ਅੱਗੇ ਖਾਲਸਾ ਜੀ ਕੀ ਜਾਂਦਾ, ਜਹ ਪੈਂਡ ਚਹਿ ਮਾਰਗ ਕੇ ਗਨ ਜਾਹੇ ਨਾ ਕੋਸਾ, ਹਰ ਕਾ ਨਾਮ ਉਹ ਸੰਗ ਤੋਸਾ। ਉਥੇ ਹਰੀ ਦਾ ਨਾਮ ਖਾਲਸਾ ਜੀ ਫਿਰ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ। ਇਹ ਖਾਲਸਾ ਜੀ ਨਾਮ ਦੀ ਮਹਿਮਾ ਹੈ। ਉਹਨ ਲੱਗੈ ਨਾਹੀ ਸੰਨ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ। ਜਮਾਂ ਦਾ ਖਾਲਸਾ ਜੀ ਸੰਨ ਜਿਹੜਾ ਵਾ ਡੰਡੇ ਰੂਪੀ ਸੰਨ ਨਹੀਂ ਲੱਗਦਾ, ਅਥਵਾ ਖਾਲਸਾ ਜੀ ਪ੍ਰਤੱਖ ਰੂਪ ਵਿੱਚ ਚੋਰ, ਜਾਂ ਖਾਲਸਾ ਜੀ ਜਿਹੜੇ ਅੰਤਹਿਕਰਨ ਰੂਪੀ ਖਜ਼ਾਨੇ ਵਿੱਚ ਨਾਮ ਰੂਪੀ ਮੋਹਰਾਂ ਹਨ, ਉਹਨਾਂ ਨੂੰ ਖਾਲਸਾ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਪੰਜੇ ਤਸਕਰ ਨਹੀਂ ਖਾਲਸਾ ਜੀ ਕਦੇ ਵੀ ਜਿਹੜੇ ਪਾਉਂਦੇ, ਕਦੇ ਸੰਨ ਨਹੀਂ ਲਾਉਂਦੇ ਹਨ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਹੇ ਮੇਰੇ ਮਨ, ਜਿੰਨੇ ਤੈਨੂੰ ਰੰਗ ਭਾਉਂਦੇ ਆ ਨਾ ਸੰਸਾਰ ਦੇ, ਰੰਗ ਹੱਸੈ ਰੰਗ ਰੂਪ ਹੈ ਚੁੱਪ ਭੀ ਕਰ ਜਾਹੇ। ਜਿੰਨੇ ਰੰਗ ਸੰਸਾਰ ਤੇ ਤੈਨੂੰ ਦਿਸਦੇ ਵੈ ਮਾਣਦਾ ਹੈ, ਇਹ ਰੰਗ ਸਭੇ ਨਾਰਾਇਣ ਹੈ। ਇਹ ਸਾਰੇ ਰੰਗ ਖਾਲਸਾ ਜੀ ਪਰਮੇਸ਼ਰ ਦੇ ਬਣਾਏ ਹੋਏ ਆ। ਕਿਹੜੇ ਰੰਗ ਖਾਲਸੇ ਜੀ? ਕੋ ਬੂਆ ਕਾ ਕਹਿ ਕਰ ਗਾਵਣ।
ਕੋਈ ਮਰਿਆ ਹੈ, ਕਿਸੇ ਦੇ ਖਾਲਸਾ ਜੀ ਪੁੱਤਰ ਜੰਮੇ ਉਹ ਨੱਚ ਰਿਹਾ ਹੈ। ਇਹ ਰੰਗ ਹੀ ਆ ਨਾ ਪਰਮੇਸ਼ਰ ਦੇ ਖਾਲਸਾ ਜੀ, ਕੋ ਮੂਆ ਕਾ ਕਹਿ ਕਰ ਗਾਵਣ। ਕੋਈ ਖਾਲਸਾ ਜੀ ਮਰ ਰਿਹਾ ਵੈ, ਕਿਸੇ ਦੇ ਘਰ ਖਾਲਸਾ ਜੀ ਜਿਹੜੇ ਵਾ ਉਹ ਨਾਚਣ ਗਾਉਣ ਹੋ ਰਹੇ ਵੈ, ਸ਼ਹਿਨਾਈਆਂ ਵੱਜ ਰਹੀਆਂ ਹਨ। ਇਹ ਪਰਮੇਸ਼ਰ ਦੇ ਜਿਹੜੇ ਰੰਗ ਵੈ ਉਹ ਸਾਰੇ ਹੀ ਜਿਵ ਜਿਵ ਹੁਕਮ ਤਿਵੈ ਤਿਵਕਾਰ, ਇਹ ਪਰਮੇਸ਼ਰ ਦੇ ਖਾਲਸਾ ਦੀ ਰੰਗ ਜਿੰਨੇ ਵੈ ਉਹ ਭਾਈ ਹੈ ਮੇਰਿਆ ਮਨਾ, ਜਿੰਨੇ ਤੈਨੂੰ ਰੰਗ ਪਾਉਂਦੇ ਆ ਨਾ ਇਹ ਕਿਸੇ ਹੋਰ ਦੇ ਨਹੀਂ। ਜੇ ਤੈਨੂੰ ਪੁੱਤ ਮਿਲਿਆ ਵੈ, ਪੁੱਤ ਦਾ ਰੰਗ ਖਾਲਸਾ ਜੀ ਕਹੀਏ ਆਨੰਦ, ਪੁੱਤ ਤੋਂ ਤੈਨੂੰ ਆਨੰਦ ਸੁਖ ਮਿਲਦਾ ਵੈ, ਸਭੇ ਨਾਰਾਇਣ ਹੈ। ਇਹ ਵੀ ਨਾਰਾਇਣ ਪਰਮੇਸ਼ਰ ਦੀ ਦਾਤ ਹੈ, ਇਹ ਪੇਦਾਤ ਤੇਰੀ ਦਾਤਾਰ। ਇਸੇ ਪ੍ਰਕਾਰ ਖਾਲਸਾ ਜੀ ਤੈਨੂੰ ਮਾਇਆ ਕਰਕੇ ਇਹ ਤੈਨੂੰ ਸੁਖ ਹੈ ਜੀਵ, ਉਹ ਵੀ ਖਾਲਸਾ ਦੀ ਰੰਗ ਸਭੇ ਨਾਰਾਇਣ ਹੈ। ਮਾਇਆ ਦੇ ਰੰਗ ਤਮਾਸ਼ੇ ਸਾਰੇ ਹੀ ਪਰਮੇਸ਼ਰ ਦੇ ਦਿੱਤੇ ਹੋਏ ਆ ਭਾਈ। ਫਿਰ ਖਾਲਸਾ ਜੀ ਉਹ ਸੱਚੇ ਖਸਮ ਨੂੰ ਛੱਡ ਕੇ ਫਿਰ ਦੂਜੇ ਪਾਸੇ ਲੱਗਣਾ ਮਨਮੁਖਤਾਈ ਹੈ, ਅਕਿਰਤ ਕਣਤਾ ਹੈ। ਤੋ ਰੰਗ ਸਭੇ ਨਾਰਾਇਣ ਹੈ ਜਿਤੇ ਮਨ ਪਾਵਨ। ਮਹਾਰਾਜ ਯਾਦ ਕਰਵਾਉਂਦੇ ਹੈ ਜੀਵ ਜਿੰਨੀਆਂ ਦਾਤਾਂ ਪਈ ਵਰਤ ਰਿਹਾ ਹੈ ਸਭ ਪਰਮੇਸ਼ਰ ਦੀਆਂ ਦਿੱਤੀਆਂ ਹਨ। ਸਭ ਰੰਗ ਸਭੇ ਨਾਰਾਇਣ ਹੈ, ਪਰਮੇਸ਼ਰ ਦੇ ਸਭ ਰੰਗ ਤਮਾਸ਼ੇ ਹਨ। ਜੋ ਹਰ ਲੋੜੇ ਸੋ ਕਰੇ, ਸੋਈ ਜੀਅ ਕਰਨ। ਤੋ ਇਸੇ ਪ੍ਰਕਾਰ ਭਾਈ ਜੋ ਵੀ ਹਰੀ ਪਰਮੇਸ਼ਰ ਲੋੜੇ ਕਹੀਏ ਇੱਛਦਾ ਹੈ, ਸੋ ਕਰੇ ਸੋਈ ਕਰਦਾ ਹੈ। ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਪਰਮੇਸ਼ਰ ਕਰ ਰਹੇ ਆ, ਤੇ ਸੋਈ ਜੀ ਕਰਨ। ਆ ਜਿਹੜੇ ਜੀਵ ਹੈ ਉਹ ਵੀ ਖਾਲਸਾ ਜੀ ਉਹੀ ਕਾਰਜ ਕਰਦੇ ਜਿਹੜੇ ਪਰਮੇਸ਼ਰ ਕਰਵਾਉਂਦਾ ਹੈ। ਚਾਹੇ ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਸਾਰਾ ਕੁਝ ਹੀ ਮੈਂ ਵਿੱਚ। ਮੈਂ ਆ ਕੀਤਾ, ਮੈਂ ਦਾਨ ਦਿੱਤਾ, ਮੈਂ ਗੁਰੂ ਘਰ ਸੇਵਾ ਕੀਤੀ, ਪਰ ਸੇਵਾ ਖਾਲਸਾ ਜੀ ਕੌਣ ਕਰ ਸਕਦਾ ਹੈ? ਜਿਹਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਨਜ਼ਰ ਹੋਵੇ। ਪੁੱਛਿਆ ਸੀ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਇਹ ਦੱਸੋ ਵੀ ਕਿਰਪਾ ਜਦੋਂ ਹੁੰਦੀ ਉਦੋਂ ਸੇਵਾ ਹੁੰਦੀ ਹੈ ਕਿ ਸੇਵਾ ਨਾਲ ਕਿਰਪਾ ਹੁੰਦੀ ਹੈ? ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਾਮਤ ਕੀਤੀ ਭਾਈ, ਜਦੋਂ ਹੀ ਗੁਰੂ ਨਾਨਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋਵੇ ਤਦੇ ਹੀ ਖਾਲਸਾ ਜੀ ਉਹ ਪਰਮੇਸ਼ਰ ਚਾਹਵੇ ਤੇ ਆਪਣੇ ਲੜ ਲਾ ਲੈਂਦਾ ਹੈ ਪਰਮੇਸ਼ਰ। ਪਰ ਉਹਦੇ ਵਾਸਤੇ ਪਰਮੇਸ਼ਰ ਦੀ ਸ਼ਰਨੀ ਪੈਣਾ ਜ਼ਰੂਰੀ ਹੈ। ਜਿਹੜਾ ਪਰਮੇਸ਼ਰ ਦੀ ਸ਼ਰਨੀ ਪਿਆ ਉਸੇ ਤੇ ਮਹਾਰਾਜ ਮਿਹਰਾਮਤ ਕਰਦੇ ਵੈ। ਤੋ ਖਾਲਸਾ ਜੀ ਦੀ ਆਪ ਸਤ ਸੰਗਤ ਕਰ ਰਹੇ ਹੋ, ਇਹਦੇ ਵਿੱਚ ਵੀ ਖਾਲਸਾ ਜੀ ਆਪ ਦੇ ਵੱਡੇ ਭਾਗ ਜਿਹੜਾ ਪਿਛਲਾ ਪੂਰਬਲਾ ਕ੍ਰਿਤ ਸ਼ੁਭ ਕਰਮ ਉਗੜ ਕੇ ਅੱਗੇ ਆਇਆ। ਜਿਹੜੇ ਖਾਲਸਾ ਜੀ ਆ ਕਲਯੁਗ ਦਾ ਸਮਾਂ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨੀ ਆਪ ਸਭ ਬੈਠੇ ਹੋ ਤੇ ਸਾਧ ਸੰਗਤ ਜੀ ਕੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕਥਾ ਸੁਣ ਰਹੇ ਆ, ਸਿਫਤ ਸੁਣ ਰਹੇ ਆ। ਕਿੱਡਾ ਖਾਲਸਾ ਜੀ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਰੋੜਾਂ ਜੱਗਾਂ ਦਾ ਫਲ ਖਾਲਸਾ ਜੀ ਹੈ ਜਿਨ੍ਹਾਂ ਨੇ ਗੁਰਬਾਣੀ ਸੁਣੀ, ਜਿਨ੍ਹਾਂ ਨੇ ਖਾਲਸਾ ਜੀ ਮੰਨੀ ਹੈ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਇਹ ਖਾਲਸਾ ਦੀ ਸਤਿਗੁਰਾਂ ਦੀ ਮਿਹਰਾਮਤ ਹੈ। ਤੋ ਉਹੀ ਭਾਈ ਜੀਵ ਵੀ ਉਹੀ ਕਾਰਜ ਕਰਦੇ ਵੈ ਜੋ ਪਰਮੇਸ਼ਰ ਅਕਾਲ ਪੁਰਖ ਦੀ ਨਦਰ ਮਿਹਰ ਹੁੰਦੀ ਜਿਨ੍ਹਾਂ ਦੇ ਉੱਪਰ ਉਹੀ ਸ਼ੁਭ ਕਰਮ ਕਰਦੇ ਆ। ਤੇ ਫਿਰ ਆਪਾਂ ਕਈ ਵਾਰੀ ਖਾਲਸਾ ਜੀ ਨਿੰਦਿਆ ਕਰਦੇ ਆ, ਫਲਾਣਾ ਭਾਈਆ ਐਂ ਕਰਦਾ ਹੈ, ਇਹ ਆਹ ਕਾਰਜ ਕਰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਿਸ ਨੂੰ ਕਰਤਾ ਆਪ ਖੁਆਏ ਖੁਸ ਲੈ ਚੰਗਿਆਈ। ਜਿਹਨੂੰ ਮਹਾਰਾਜ ਨੇ ਖਾਲਸਾ ਜੀ ਸੰਸਾਰ ਵਿੱਚ ਕਾਲਖ ਮੂੰਹ ਤੇ ਜਿਹਦੇ ਮਲਨੀ ਹੁੰਦੀ ਹੈ ਉਹਦੇ ਤੋਂ ਫਿਰ ਮਹਾਰਾਜ ਚੰਗਿਆਈ ਖਾਲਸਾ ਜੀ ਖੋਹ ਲੈਂਦਾ। ਫਿਰ ਉਹ ਕੀ ਆ, ਉਹ ਜਦੇ ਕਰਨਗੇ ਖਾਲਸਾ ਜੀ ਬੁਰਾ ਕਰਮ ਹੀ ਕਰਨਗੇ। ਸੋ ਤੇ ਸਿੱਧੀ ਜਿਹੜੇ ਸੋਨੇ ਨੂੰ ਹੱਥ ਲਾਏ ਖੇਹੂ ਸੇਤੀ ਰਲ ਗਿਆ। ਭਾਗ ਹੀ ਐਸਾ ਬਣਾਇਆ ਸੋਨੇ ਨੂੰ ਹੱਥ ਪਾਵੇ ਉਹ ਵੀ ਸੁਆਹ ਬਣ ਜਾਂਦਾ ਹੈ। ਜਿਸ ਨੂੰ ਕਰਤਾ ਆਪ ਖਵਾਏ ਖੁਸ ਲਏ ਚੰਗਿਆਈ। ਮਰ ਜਦੋਂ ਤੋਂ ਚੰਗਿਆਈ ਖਾਲਸਾ ਜੀ ਖੋਹ ਲੈਂਦਾ ਫਿਰ ਉਹਦੀ ਬਦਨਾਮੀ ਸੰਸਾਰ ਵਿੱਚ ਬਹੁਤ ਤ੍ਰਿਗਾਕਾਰ ਲਾਣਤਾਂ ਪੈਂਦੀਆਂ। ਕਦੇ ਜਦੇ ਖਾਲਸਾ ਜੀ ਪਰਮੇਸ਼ਰ ਉਹਦੇ ਤੋਂ ਚੰਗਿਆਈ ਖੋਹ ਲਵੇ ਫਿਰ ਕਿਵੇਂ ਚੰਗਾ ਕਾਰਜ ਕੋਈ ਕਰ ਲਵੇ। ਤੋ ਮਹਾਰਾਜ ਕਿਰਪਾ ਕਰਦੇ ਜੀਵ ਉਹੀ ਕਾਰਜ ਕਰ ਰਹੇ ਵੈ ਜਿਹੜੇ ਅਕਾਲ ਪੁਰਖ ਪਰਮੇਸ਼ਰ ਜੀ ਤੁਸੀਂ ਕਰਵਾ ਰਹੇ ਹੋ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਇਸੇ ਪ੍ਰਕਾਰ ਪਈ ਜਿਹੜੇ ਪ੍ਰਭੂ ਪਰਮੇਸ਼ਰ ਨੇ ਆਪਦੇ ਬਣਾ ਲਏ ਆ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਬਣਾਇਆ ਹੈ, ਸੇਈ ਕਹੀਐ ਧੰਨ। ਸੰਸਾਰ ਵਿੱਚ ਭਾਈਓ ਧੰਨ 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 ਜਨ ਆਇਆ, ਜੇ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਖਾਲਸਾ ਜੀ ਕਿੱਡੇ ਕਿੱਡੇ ਤਤ ਬੇਤੇ ਮਹਾਂਪੁਰਸ਼ ਹੋਏ ਵੈ। ਸ਼੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸ਼੍ਰੀਮਾਨ
ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਹ ਖਾਲਸਾ ਜੀ ਉਹ ਹੈ ਮਹਾਨ ਪੁਰਖ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਦੇ ਬਣਾਇਆ। ਸਹੀ ਕਹੀਆ ਧਨ ਸੰਸਾਰ ਵਿੱਚ। ਫਿਰ ਖਾਲਸਾ ਜੀ ਉਹਨਾਂ ਦੀ ਸਤਿਨਾਂ ਦੀ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਕੌਣ ਹੈ ਖਾਲਸਾ ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਵਾ ਵਡਿਆਈ ਨੂੰ ਮੇਟ ਸਕਦਾ? ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ, ਸੇਵਿਆ, ਚਰਨ ਪਰਸੇਵੈ, ਉਹਨਾਂ ਨੂੰ ਸਾਧ ਸੰਗਤ ਦੀ ਮਾਣ ਵਡਿਆਈ ਸੰਸਾਰ ਤੇ ਮਿਲਣੋ ਹੀ ਮਿਲਣੋ ਹੈ। ਤੋ ਸਹੀ ਕਹੀਆ ਧਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਦੇ ਬਣਾਇਆ ਹੈ, ਉਹ ਗੁਰਸਿੱਖ ਗੁਰਮੁਖ ਭਗਤ ਜਨ ਭਈ ਧਨ ਕਹੇ ਜਾਂਦੇ ਹਨ। ਆਪਨ ਲੀਆ ਜੇ ਮਿਲੈ, ਵਿਛੜ ਕਿਆ ਰੋਵਨ। ਤੋ ਗਰੀਬ ਨਵਾਜ ਕਿਰਪਾ ਕਰਦੇ ਆ ਵੀ ਜੇ ਆਪਦੇ ਉਦਮ ਲੀਆ, ਜੇ ਉਦਮ ਲੈਣ ਦੇ ਆਪਦੇ ਉਦਮ ਸਦਕਾ ਜੇ ਪਰਮੇਸ਼ਰ ਮਿਲੇ, ਵਿਛੜ ਕਿਉ ਰੋਵਨ, ਫਿਰ ਜੀਵ ਜਨਮ ਮਰਨ ਦੇ ਚੱਕਰਾਂ ਵਿੱਚ ਪਵੇ ਕੌਣ? ਕਿਉਂਕਿ ਖਾਲਸਾ ਜੀ ਕਿੰਦਾ ਨਹੀਂ ਜੀ ਕਰਦਾ। ਚੋਰ ਨੂੰ ਵੀ ਪੁੱਛੋ ਤੈਨੂੰ ਪਰਮੇਸ਼ਰ ਦੇ ਦਰਸ਼ਨ ਚਾਹੀਏ, ਉਹ ਵੀ ਖਾਲਸਾ ਜੀ ਝਾਟੀ ਸਿਰ ਮਾਰ ਦੇਵੇਗਾ। ਪਾਪੀ ਤੋਂ ਪਾਪੀ ਪੁਰਸ਼ ਵੀ ਖਾਲਸਾ ਜੀ ਪਰਮੇਸ਼ਰ ਦਾ ਪੈ ਰੱਖਦਾ ਹੈ, ਨਾਸਤਿਕ ਨਾ ਹੋਵੇ ਬਸ। ਪਰਮੇਸ਼ਰ ਦਾ ਪੈ ਖਾਲਸਾ ਜੀ ਪਾਪੀ ਤੋਂ ਪਾਪੀ, ਜ਼ੁਲਮੀ ਤੋਂ ਜ਼ੁਲਮੀ ਵੀ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ। ਪਰ ਖਾਲਸਾ ਜੀ ਜੇ ਆਪ ਦੇ ਉਦਮ ਕਰਿਆ ਹੀ ਜਿਹੜਾ ਵੈ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਇਹ ਤਾਂ ਖਾਲਸਾ ਜੀ ਜਿਹਨੂੰ ਪਰਮੇਸ਼ਰ ਆਪ ਮੇਲੇ, ਜਿਸ ਨੂੰ ਤੂੰ ਜਾਣ ਆਏ ਇਹ ਸੋਈ ਜਨ ਜਾਣ। ਹਰ ਗੁਣ ਸਦ ਹੀ ਆਖ ਵਖਾਣ। ਜਿਹਦੇ ਤੇ ਮਹਾਰਾਜ ਦਇਆ ਕਰੇ ਉਹੀ ਪਰਮੇਸ਼ਰ ਨਾਲ ਮਿਲਾਪ ਹੁੰਦਾ। ਜੇ ਆਪਦੇ ਉਦਮ ਦੇ ਨਾਲ ਹੀ ਪਰਮੇਸ਼ਰ ਮਿਲਦਾ ਹੋਵੇ ਤਾਂ ਮਹਾਰਾਜ ਕਹਿੰਦੇ ਵਿਛੜ ਕਿਉ ਰੋਵਨ। ਆ ਜਿਹੜੇ ਜੀਵ ਪਰਮੇਸ਼ਰ ਤੋਂ ਕਿੰਨਾ ਸੰਸਾਰ ਖਾਲਸਾ ਜੀ ਵਿਛੜਿਆ ਹੋਇਆ, 84 ਲੱਖ ਜੂਨੀ ਵਿੱਚ ਭਟਕ ਰਹੇ ਆ। ਇਹ ਜੂਨਾਂ ਵਿੱਚ ਪਏ ਹੋਏ ਭਾਈ ਕਿਉਂ ਭਟਕਣ? ਜੇ ਆਪਦੇ ਉਦਮ ਨਾਲ ਹੀ ਪਰਮੇਸ਼ਰ ਮਿਲੇ, ਉਦਮ ਹਰ ਕੋਈ ਖਾਲਸਾ ਜੀ ਇੱਛਾ ਰੱਖਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ, ਪਰ ਖਾਲਸਾ ਜੀ ਮਿਲਦਾ ਉਹਨਾਂ ਦੇ ਤਾਈ ਹੈ ਆਪਣ ਲੀਆ ਜੇ ਮਿਲੇ। ਤੋ ਜਿਨ੍ਹਾਂ ਤੇ ਮਹਾਰਾਜ ਦਇਆ ਕਰਦਾ ਹੈ, ਤੋ ਜਾਂ ਖਾਲਸਾ ਜੀ ਜੇ ਕਹੀਏ ਜਿਨ੍ਹਾਂ ਨੂੰ ਆਪਣ ਲੀਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਅਪਣਾ ਲਿਆ ਨਾ, ਮਿਲੇ, ਫਿਰ ਖਾਲਸਾ ਜੀ ਉਹਨਾਂ ਨੂੰ ਪਰਮੇਸ਼ਰ ਮਿਲਦਾ ਹੈ। ਮਨਮੁਖ ਜਿਹੜੇ ਵਾਹਿਗੁਰੂ ਜਿਹੜੇ ਗੁਰਮੁਖ ਵੈ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਜੇ ਕਹੀਏ ਜਿਨ੍ਹਾਂ ਨੂੰ ਆਪਣ ਲੀਆ, ਅਪਣਾ ਲਿਆ, ਉਹ ਮਿਲੇ, ਉਹ ਪਰਮੇਸ਼ਰ ਨਾਲ ਮਿਲ ਚੁੱਕੇ ਵੈ। ਵਿਛੜ ਕਿਉ ਰੋਵਨ, ਜਿਨ੍ਹਾਂ ਤੇ ਪਰਮੇਸ਼ਰ ਜਿਹੜੇ ਪਰਮੇਸ਼ਰ ਨਾਲ ਮਿਲੇ, ਫਿਰ ਵਿਛੜ ਕਿਉ ਰੋਵਨ ਭਾਈ, ਕਦੇ ਉਹ ਵਿਛੜ ਕੇ ਨਹੀਂ ਜਿਹੜੇ ਰੋਣਗੇ ਜੂਨੀਆਂ ਦੇ ਵਿੱਚ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਉਹ ਗਰੀਬ ਨਵਾਜ ਕਿਰਪਾ ਕਰਦੇ ਵੈ, ਜਿਨ੍ਹਾਂ ਨੂੰ ਭਾਈ ਸਾਧੂ ਦਾ ਸੰਗ ਪ੍ਰਾਪਤ ਹੋਇਆ ਵੈ, ਉਹੀ ਪਰਮੇਸ਼ਰ ਦਾ ਪ੍ਰਾਪਤੀ ਦਾ ਰੰਗ ਕਹੀਏ ਆਨੰਦ ਮਾਣਦੇ ਵੈ। ਖਾਲਸਾ ਜੀ ਸਾਧੂ ਪੂਰਨ ਕੋਈ ਪੁਰਖ ਸਾਧ ਪੁਰਖ ਮਿਲ ਜਾਵੇ, ਪੂਰਨ ਤਤ ਬੇਤਾ ਜਾ ਕੇ ਨਾਹੀ ਉਪਾਦ ਮਨ। ਖਾਲਸਾ ਜੀ ਸਾਧ ਵਹੀ ਜਗ ਜਾਨੀਏ ਜਾ ਕੇ ਨਾਹੀ ਉਪਾਦ ਮਨ। ਜਿਹਦੇ ਮਨ ਵਿੱਚ ਕੋਈ ਉਪਾਧੀ ਨਾ ਹੋਵੇ ਖਾਲਸਾ ਜੀ, ਹਉਮੈ ਹੰਗਤਾ ਤੋਂ ਆਪਾ ਮਾਰਿਆ ਹੋਵੇ, ਸੋ ਸਾਧੂ ਕਹੀਏ, ਉਹ ਸਾਧੂ ਕਿਹਾ ਜਾਂਦਾ ਹੈ ਖਾਲਸਾ ਜੀ। ਤੋ ਜਿਨ੍ਹਾਂ ਨੂੰ ਪੂਰਨ ਸਾਧੂ ਦਾ ਮਿਲਾਪ ਹੋ ਜਾਵੇ, ਤੋ ਸਾਧ ਸੰਗਤ ਜੀ ਕੀ ਪ੍ਰਾਪਤ ਹੁੰਦਾ ਹੈ? ਰੰਗ ਮਾਣਨ। ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਰੰਗ ਕਹੀਏ ਆਨੰਦ ਮਾਣਦੇ ਆ, ਜਿਹਦੇ ਤੇ ਕੋਈ ਸਾਧੂ ਪੁਰਸ਼ ਦਿਆਲ ਹੋ ਜਾਵੇ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਤੋ ਗੁਰੂ ਗਰੀਬ ਨਵਾਜ ਖਾਲਸਾ ਜੀ ਅੰਤਲੀ ਪੰਕਤੀ ਵਿੱਚ ਕਿਰਪਾ ਕਰਦੇ ਆ। ਹਰੀ ਪਰਮੇਸ਼ਰ ਜਿਹੜਾ ਜੇਸ਼ਠ ਕਹੀਏ ਖਾਲਸਾ ਜੀ, ਜੇਠ ਜੇਸ਼ਠ ਸਭ ਤੋਂ ਵੱਡਾ ਹੈ। ਉਹ ਖਾਲਸਾ ਜੀ ਰੰਗ ਦਾ ਈਲਾ ਕਰ ਹੈ। ਸਭ ਰੰਗ, ਰੰਗ ਕੀ ਖਾਲਸਾ ਜੀ ਆਨੰਦ, ਸਾਰੇ ਆਨੰਦਾਂ ਦਾ ਈਲਾ ਕਰ ਹੈ। ਕਿਉਂਕਿ ਖਾਲਸਾ ਜੀ ਪਰਮੇਸ਼ਰ ਤ੍ਰੈ ਕਾਲ ਆਬਾਦ ਸਰੂਪ ਹੈ। ਉਹ ਬ੍ਰਹਮ ਪਰਮੇਸ਼ਰ ਜੋ ਹੈ ਖਾਲਸਾ ਜੀ, ਪਰਮੇਸ਼ਰ ਕੀ ਹੈ ਖਾਲਸਾ ਜੀ? ਸੁਖ ਦੇਣ ਵਾਲਾ ਹੈ, ਆਨੰਦ ਹੈ, ਚੇਤਨ ਹੈ। ਮਾਇਆ ਖਾਲਸਾ ਜੀ ਤ੍ਰੈ ਕਾਲ ਅਸਤ ਹੈ, ਦੁਖ ਰੂਪ ਹੈ। ਪਰਮੇਸ਼ਰ ਖਾਲਸਾ ਜੀ ਸਤ ਰੂਪ ਹੈ, ਆਨੰਦ ਰੂਪ ਹੈ, ਫਿਰ ਚੇਤਨ ਹੈ, ਵਿਆਪਕ ਹੈ। ਉਹ ਰੰਗ ਸਭ ਆਨੰਦ ਦੇਣ ਦਾ, ਰੰਗਾਂ ਦਾ ਈਲਾ ਕਹੀਏ ਘਰ ਹੈ। ਉਹ ਹਰੀ ਪਰਮੇਸ਼ਰ ਜੋ ਹੈ ਤਿਸ ਧਣੀ, ਫਿਰ ਉਸ ਧਣੀ ਪਰਮੇਸ਼ਰ ਜਿਸ ਕੈ ਭਾਗ ਮਥਨ ਖਾਲਸਾ ਜੀ, ਉਹ ਉਸਨੇ ਪਰਮੇਸ਼ਰ ਦਾ ਰੰਗ ਮਾਣਿਆ ਜਿਨ੍ਹਾਂ ਜੀਵਾਂ ਦੇ ਮੱਥੇ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਧੁਰੋਂ ਹੀ ਮਸਤਕ ਤੇ ਖਾਲਸਾ ਜੀ ਲਿਖਿਆ ਲੇਖ ਪਾਇਆ ਹੋਇਆ ਸਤ ਸੰਗਤ ਕਰਨ ਦਾ, ਜਿਨ੍ਹਾਂ ਨੂੰ ਸਿੱਖੀ ਨਾਮਦਾਨ ਅੰਮ੍ਰਿਤ ਕੀਆਂ ਦਾਤਾਂ ਧੁਰੋਂ ਪ੍ਰਾਪਤ ਹੋਈਆਂ ਖਾਲਸਾ ਜੀ, ਉਹੀ ਸਾਧ ਸੰਗਤ ਜੀ ਜੀਵ ਜਿਹੜੇ ਵੈ ਉਹ ਪਰਮੇਸ਼ਰ ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਭਾਗ ਹੈ,
ਉਹਨਾਂ ਨੂੰ ਪ੍ਰਾਪਤ ਹੋਇਆ। ਖਾਲਸਾ ਜੀ ਇਸੇ ਪ੍ਰਕਾਰ ਅੰਮ੍ਰਿਤ ਕੀ ਦਾਤ ਜਿਹੜੀ ਹੈ, ਜਿਸ ਕੈ ਭਾਗ ਮਥਨ, ਜਿਹਦੇ ਵੱਡੇ ਭਾਗ ਵੈ ਅੰਮ੍ਰਿਤ ਕੀ ਦਾਤ ਖਾਲਸਾ ਜੀ ਉਹਨਾਂ ਨੂੰ ਪ੍ਰਾਪਤ ਹੋਈ। ਕਿਉਂ? ਕਿਉਂਕਿ ਸਾਧ ਸੰਗਤ ਜੀਓ, ਤਨ ਚੇਤਨ ਚੇਤਨ ਚੇਤ ਦਿਓ, ਨਹਿ ਭੋਗਣ ਹੇਤ ਗੋਬਿੰਦ ਦਿਓ। ਇਹ ਪਰਮੇਸ਼ਰ ਨੂੰ ਚੇਤਨ ਕਹੀਏ, ਅਕਾਲ ਪੁਰਖ ਨੂੰ ਚੇਤਨ ਕਹੀਏ, ਚੇਤੇ ਕਰਨ ਵਾਸਤੇ ਚੇਤ ਪਰਮੇਸ਼ਰ ਨੇ ਖਾਲਸਾ ਜੀ ਤਨ ਚੇਤਨ ਚੇਤਨ ਚੇਤ ਦਿਓ। ਪਰਮੇਸ਼ਰ ਨੂੰ ਚੇਤਨ ਤਨ ਸਰੀਰ ਜਿਹੜਾ ਦਿੱਤਾ ਆਤਮਾ ਖਾਲਸਾ ਜੀ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਦਿੱਤੀ ਹੈ। ਨਹਿ ਭੋਗਣ ਹੇਤ ਗੋਬਿੰਦ ਦਿਓ, ਇਹ ਖਾਲਸਾ ਜੀ ਭੋਗ ਪਦਾਰਥਾਂ ਵਾਸਤੇ ਨਹੀਂ ਪਰਮੇਸ਼ਰ ਨੇ ਦਿੱਤੀ। ਭੋਗ ਵਿਸ਼ੇ ਪਦਾਰਥ ਖਾਲਸਾ ਜੀ ਭੋਜਨ ਨਿੰਦਰਾ ਭੋਗ ਪੈ, ਇਹ ਪਸਪੁਰਖ ਸਮਾਨ। ਪਸ਼ੂ ਵੀ ਖਾਲਸਾ ਜੀ ਜਿਹੜੇ ਵੈ ਉਹ ਵਿਸ਼ੇ ਵਿਕਾਰ ਪਸ਼ੂ ਵੀ ਭੋਗ ਰਹੇ ਵੈ, ਸੌਂ ਰਹੇ ਵੈ, ਖਾ ਰਹੇ ਵੈ। ਜੇ ਜੀਵ ਖਾਲਸਾ ਜੀ ਵਿਸ਼ੇ ਭੋਗ ਕੇ ਖਾ ਕੇ ਸੁੱਤਾ ਰਿਹਾ, ਪਸ਼ੂ ਵਿੱਚ ਤੇ ਇਹਦੇ ਵਿੱਚ ਫਰਕ ਕੀ ਹੈ? ਨਰਨ ਗਿਆਨ ਦੇ ਅਧਿਕਤਾ, ਗਿਆਨ ਬਿਨਾ ਪਸ ਜਾਣ, ਗਿਆਨ ਬਿਨਾ ਪਸ ਦੇਖ। ਪਸ਼ੂ ਖਾਲਸਾ ਜੀ ਹੈ ਜੀਵ ਆਪਣੇ ਆਪ ਦੇ ਗਿਆਨ ਤੋਂ ਬਿਨਾ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹਨ ਭਾਈ, ਉਹਨਾਂ ਨੂੰ ਇਹ ਵੱਡੇ ਮੱਥੇ ਤੇ ਜਿਨ੍ਹਾਂ ਦੇ ਭਾਗ ਰੰਗ ਦਾ ਘਰ ਈਲਾ ਘਰ ਪਰਮੇਸ਼ਰ ਉਹ ਭਾਈ ਮਿਲਿਆ ਹੈ, ਉਹਨਾਂ ਦੇ ਤਾਂ ਹੀ ਪ੍ਰਾਪਤ ਹੋਇਆ ਹੈ ਧਨੀ ਪ੍ਰਭੂ ਪਰਮੇਸ਼ਰ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਜੀ ਜੇਠ ਦੀ ਸੰਗਰਾਂਦ ਦੁਆਰਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਗਰੀਬ ਨਵਾਜ ਆਪ ਸਭ ਸੰਗਤਾਂ ਦੇ ਭਾਈਦਾਰ ਹਾਜ਼ਰੇ ਪ੍ਰਵਾਨ ਕਰਨ ਸਮਾਂ ਹੋ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਹਿਮਾ ਜਿੰਨੀ ਕਰ ਲਓ ਖਾਲਸਾ ਜੀ ਉਨੀ ਥੋੜੀ ਹੈ। ਤੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ ਨੂੰ ਭਾਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ, ਜਿੱਥੇ ਆਪਾਂ ਖਾਲਸਾ ਜੀ ਨਾਨਕ ਪ੍ਰਕਾਸ਼ ਕਥਾ ਸਰਵਣ ਕੀਤੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਉਣ ਤੱਕ ਇਧਰ ਭਾਈ ਲਹਿਣਾ ਜੀਆਂ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਖਡੂਰ ਸਾਹਿਬ ਭੇਜ ਦਿੱਤਾ, ਇੱਥੋਂ ਤੀਕਰ ਪ੍ਰਸੰਗ ਆਪ ਲੜੀਵਾਰ ਕਥਾ ਪਿੱਛੇ ਸਾਲ ਤੋਂ ਆਪ ਜੀਆਂ ਸਰਵਣ ਕੀਤੀ। ਨਾਨਕ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਹਿਮਾ ਦਾ ਗ੍ਰੰਥ ਪਿੱਛੇ ਸੰਪੂਰਨ ਹੋ ਗਿਆ ਸੀ। ਆਪਾਂ ਮਹਾਰਾਜ ਦੇ ਚਰਨੀ ਅਰਦਾਸ ਕੀਤੀ ਸੰਪੂਰਨਤਾ ਦੀ। ਕੱਲ ਨੂੰ ਖਾਲਸਾ ਜੀ ਮਹਾਰਾਜ ਕਿਰਪਾ ਕਰਨ 5 ਵਜੇ ਜਿਹੜੀ ਇਤਿਹਾਸ ਦੀ ਕਥਾ ਪਿੱਛੇ ਵਿਸ਼ਰਾਮ ਦਿੱਤਾ ਸੀ, 5ਵੀਂ ਪੋਥੀ ਤੋਂ ਗੁਰ ਪ੍ਰਤਾਪ ਸੂਰਜ ਗ੍ਰੰਥ ਧੰਨ 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 ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਖਡੂਰ ਸਾਹਿਬ ਦੇ ਪ੍ਰਸੰਗ ਤੋਂ ਭਾਈ ਪ੍ਰਾਰੰਭ ਹੋਵੇਗਾ। ਕੱਲ ਸ਼ਾਮ ਨੂੰ ਸੰਧਿਆ ਸਮੇਂ 5 ਵਜੇ ਤੋਂ 1 ਘੰਟਾ 5 ਤੋਂ 6 ਵਜੇ ਤੀਕਰ ਭਾਈ ਕਥਾ ਨਿਤਾ ਪ੍ਰਤੀ ਹੋਇਆ ਕਰੇਗੀ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਨੂੰ ਵੀ ਤੇ ਭਾਈ ਸਾਨੂੰ ਵੀ ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਇਹ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਰਲ ਮਿਲ ਕਰਕੇ ਵਿਚਾਰ ਕਰੀਏ। ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਵੱਧ ਚੜ ਕੇ ਨਿਤਾ ਪ੍ਰਤੀ ਸੰਧਿਆ ਦੇ ਦੀ ਬਾਣੀਆਂ ਭਾਈ ਹਾਜ਼ਰੀਆਂ ਭਰੋ। 5 ਤੋਂ 6 ਵਜੇ ਤੱਕ ਇਤਿਹਾਸ ਦੀ ਕਥਾ ਖਾਲਸਾ ਜੀ ਦਾ ਆਨੰਦ ਮਾਣੋ, ਆਨੰਦ ਮਾਣੋ, ਆਪ ਸੁਣੋ ਖਾਲਸਾ ਜੀ। ਜਿਹੜੀ ਵੈ ਆਪਣੇ ਬੱਚਿਆਂ ਨੂੰ ਵੀ ਖਾਲਸਾ ਜੀ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਜਿਹੜੀ ਮਾਂ ਜਿਹੜਾ ਪਿਤਾ ਖਾਲਸਾ ਜੀ ਗੁਰੂ ਕੀ ਚਰਨ ਸ਼ਰਨ ਆ ਕਰਕੇ ਗੁਰਬਾਣੀ ਸੁਣੇ, ਸਤਿਗੁਰੂ ਦੀਆਂ ਸਾਖੀਆਂ ਇਤਿਹਾਸ ਸ਼ਰਵਣ ਕਰੇ ਖਾਲਸਾ ਜੀ, ਉਹ ਇਹੋ ਜੀ ਮਾਤਾ ਦੇ ਕੁੱਖੋਂ ਕਦੇ ਖਾਲਸਾ ਜੀ ਨਖਿੱਧ ਪ੍ਰਾਣੀ ਪੈਦਾ ਨਹੀਂ ਹੋਵੇਗਾ। ਕੋਈ ਪੈਦਾ ਹੋਵੇਗਾ ਖਾਲਸਾ ਜੀ ਨਾਮ ਬੰਦਗੀ ਵਾਲੀ ਰੂਹ ਪੈਦਾ ਹੋਵੇਗੀ। ਅਨਿਥਾ ਖਾਲਸਾ ਜੀ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਤੁਲਸੀਦਾਸ ਜੀ ਕਹਿੰਦੇ ਵੈ ਜੇ ਮਾਂ ਨੇ ਪੁੱਤਰ ਜੰਮਣਾ ਵੈ ਜਾਂ ਤਾਂ ਦਾਨੀ ਜੰਮੇ ਜਾਂ ਭਗਤ ਜੰਮੇ ਜਾਂ ਕੋਈ ਸੂਰਮਾ ਜੰਮੇ, ਨਹੀਂ ਨਾਹੇ ਤਾਂ ਜਨਨੀ ਬਾਝ ਰਹੇ, ਨਹੀਂ ਤਾਂ ਜਨਨੀ ਬਾਂਝ ਰਵੇ। ਪੁੱਤਰ ਨਾ ਜੰਮੇ ਕਾਹੇ ਗਵਾਵੇ ਨੂਰ, ਕਿਉਂ ਆਪਣੇ ਚਿਹਰੇ ਦਾ ਨੂਰ ਗਵਾਉਣਾ ਹੈ ਕੀੜੇ ਵਰਗੇ ਪੁੱਤਰ ਨੂੰ ਜੰਮ ਕਰਕੇ ਜਿਹਨੇ ਸਮਾਜ ਦੀ ਮਰਿਆਦਾ ਵਿਗਾੜਨੀ ਹੈ। ਇਸ ਕਰਕੇ ਖਾਲਸਾ ਜੋ ਇਤਿਹਾਸ ਦੀ ਕਥਾ ਗੁਰਬਾਣੀ ਦੀ ਕਥਾ ਸੁਣੇ, ਕਦੇ ਵੀ ਖਾਲਸਾ ਜੀ ਇਹੋ ਜਿਹੇ ਖਾਨਦਾਨ ਦੇ ਵਿੱਚ ਸਾਧ ਜੀ ਕਦੇ ਜੇ ਖਾਲਸਾ ਜੀ ਵੇਖੋ ਇਹ ਕਰਮ ਹੈ, ਪਰ ਫਿਰ ਵੀ ਸਮਾਂ ਜ਼ਰੂਰ ਆਵੇਗਾ ਮਹਾਰਾਜ ਬਾਂਹ ਫੜ ਲਵੇਗਾ। ਕਦੇ ਖਾਲਸਾ ਜੀ ਸਿੱਖ ਸਾਡੇ ਵੱਲੋਂ ਖਾਲਸਾ ਜੀ ਕਮੀ ਹੈ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾ ਹੀ, ਗੁਰੂ ਕਿਆਂ ਵਿੱਚ ਖਾਲਸਾ ਜੀ ਕੋਈ ਕਮੀ ਨਹੀਂ ਹੈ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਗੁਰੂ ਗਰੀਬ ਨਵਾਜ ਆਪ ਸਭ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਜੋ ਆਪ ਜੀ ਭਾਈ ਇੱਕ ਰਸ ਅਡੋਲ ਹੋ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਰਸ ਕਥਾ ਸਰਵਣ ਕੀਤੀ ਹੈ। 2 ਪੰਕਤੀਆਂ ਪੜ੍ਹ ਕੇ ਸੰਪੂਰਨਤਾ ਅਰਦਾਸ ਵਿੱਚ ਜੁੜਨਾ ਕਰੀਏ ਜੀ। ਇਸੇ ਪ੍ਰਕਾਰ ਗੁਰੂ ਗਰੀਬ ਨਵਾਜ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਤਰਣੀ, ਜਿਸ ਕੈ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।